ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਮਹੱਲਾ ਦੂਜਾ। ਜੇ ਸੌ ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੈ ਸੁਚੇਤ। ਛੁਟੇ ਤਿਲ ਬੁਆੜ ਜਿਉ, ਸੁਣੇ ਅੰਦਰ ਖੇਤ। ਖੇਤੈ ਅੰਦਰ ਛੁਟਿਆ, ਕਹੋ ਨਾਨਕ ਸੌ ਨਾਹ। ਫਲੀਐ ਫੁਲੀਐ ਬਪੁੜੇ, ਭੀ ਤਨ ਵਿੱਚ ਸੁਆਹ। ਖੇਤੈ ਅੰਦਰ ਛੁਟਿਆ, ਕਹੋ ਨਾਨਕ ਸੌ ਨਾਹ। ਫਲੀਐ ਫੁਲੀਐ ਬਪੁੜੇ, ਭੀ ਤਨ ਵਿੱਚ ਸੁਆਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ 'ਚ ਗੁਰੂ ਸਰਬ ਕਲਾ ਸਮਰੱਥ ਹੈ, ਜਿਸ ਬਾਰੇ ਜੀਵ ਕਦੀ ਸੋਚ ਵੀ ਨਹੀਂ ਸਕਦਾ। ਸਤਿਗੁਰੂ ਉਹ ਵੀ ਕਲਾ ਵਰਤਾ ਕੇ ਜੀਵ ਦਾ ਉਧਾਰ ਕਰ ਦਿੰਦੇ ਨੇ। ਦੋ ਕੁ ਬੇਨਤੀਆਂ ਬਾਣੀ 'ਚੋਂ ਕਰਾਂਗਾ ਕਿ ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਬਦਲਦਿਆਂ ਦੇਰੀ ਨਹੀਂ ਲੱਗਦੀ। ਜੋ ਸਾਹਿਬ ਦੇ ਬੋਲ ਅਸੀਂ ਪੜ੍ਹ ਰਹੇ ਸਾਂ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦਾ ਇੱਕ ਅੰਮ੍ਰਿਤ ਬੋਲ ਹੈ। ਉਹਨਾਂ ਨੇ ਬਖਸ਼ਿਸ਼ ਕੀਤੀ। ਕਈ ਵਾਰੀ ਇਹ ਮਨ 'ਚ ਖਿਆਲ ਆਵੇਗਾ ਕਿ ਤਬਦੀਲੀ ਹੁੰਦਿਆਂ ਦੇਰੀ ਨਹੀਂ ਲੱਗਦੀ। ਹਾਲਾਂਕਿ ਇਨਸਾਨ ਦਾ ਸੁਭਾਅ, ਇਨਸਾਨ ਦੇ ਸੰਸਕਾਰ, ਇਹਦੇ ਅੰਦਰ ਦੀ ਅਗਿਆਨਤਾ ਕਈ ਜਨਮਾਂ ਜਨਮਾਂਤਰਾਂ ਦੀ ਧੂੜ ਤੇ ਮੈਲ ਲੈ ਕੇ ਅਸੀਂ ਸਫ਼ਰ ਕਰਨੇ ਪਏ। ਪਰ ਖੇਦ ਇਸ ਗੱਲ ਦਾ, ਅੱਜ ਵੀ ਇਹ ਮੈਲ ਧੋਣ ਵਾਲੇ ਪਾਸੇ ਘੱਟ। ਇਸ ਜਨਮ ਵਿੱਚ ਵੀ ਤਕਰੀਬਨ ਆਪਣੇ ਅੰਦਰ ਬੰਦਾ ਹੋਰ ਸਗਵੀਂ ਮੈਲ ਸੱਟ ਰਿਹਾ ਹੈ। ਪਰ ਇੰਨੀ ਪੁਰਾਣੀ ਮੈਲ ਹੋਵੇ, ਇੰਨਾ ਭੈੜਾ ਪੁਰਾਣਾ ਸੁਭਾਅ ਹੋਵੇ, ਉਹ ਚੇਂਜ ਇੱਕ ਖਿਣ ਦੇ ਵਿੱਚ ਕਰ ਦੇਣਾ ਆਮ ਬੰਦੇ ਨੂੰ ਇਹ ਨਾਮੁਮਕਿਨ ਜਿਹਾ ਪ੍ਰਤੀਤ ਹੁੰਦਾ ਹੈ। ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ। ਰਵ ਪ੍ਰਗਾਸ ਰਜਨੀ ਜਥਾਗਤ, ਜਾਨਤ ਸਭ ਸੰਸਾਰ। ਰਵ ਪ੍ਰਗਾਸ ਰਜਨੀ ਜਥਾਗਤ ਦਾ ਜਾਨਤ ਸਭ ਸੰਸਾਰ। ਪਾਰਸ ਮਾਨੋ ਤਾਂਬੋ ਛੂਹੈ, ਕਨਕ ਹੋਤ ਨਹੀਂ ਬਾਹਰ। ਭਗਤ ਰਵਿਦਾਸ ਸਾਹਿਬ ਦੇਖੋ ਕੈਸੇ ਕਮਾਲ ਦੀ ਉਦਾਹਰਨ ਦਿੰਦੇ ਨੇ। ਕਹਿੰਦੇ ਨੇ ਇਹ ਸੰਸਾਰ ਸਾਰਾ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਦਾ ਹੈ, ਭਲੀ ਭਾਂਤ ਜਾਣਦਾ ਹੈ ਕਿ ਰਵ ਪ੍ਰਗਾਸ, ਜਿਵੇਂ ਸੂਰਜ ਦਾ ਚਾਨਣ ਆਉਂਦਾ, ਪ੍ਰਕਾਸ਼ ਆਉਂਦਾ, ਤੇ ਭਾਵੇਂ ਮੱਸਿਆ ਦੀ ਕਾਲੀ ਰਾਤ ਲੰਘੀ ਹੋਵੇ, ਹੱਥ ਪਸਾਰਿਆਂ ਵੀ ਨਜ਼ਰ ਨਾ ਆਵੇ, ਇੱਕ ਕਦਮ ਪੱਟਣ ਲਈ ਵੀ ਥਾਂ ਦਿਸੇ ਨਾ, ਪਰ ਭਗਤ ਜੀ ਕਹਿੰਦੇ ਨੇ ਇਹ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ ਕਿ ਸੂਰਜ ਦੀਆਂ ਕਿਰਨਾਂ ਆ ਜਾਣ ਤੇ ਰਾਤ ਦਾ ਕਾਲਾ ਹਨੇਰਾ ਇੱਕ ਖਿੰਨ ਵਿੱਚ ਉੱਡ ਜਾਂਦਾ ਹੈ। ਕਹਿੰਦੇ ਨੇ ਜਦੋਂ ਗੁਰੂ ਦੀ ਕਿਰਪਾ ਦੀ ਕਿਰਨ ਵਰਤਦੀ ਏ
ਤੇ ਬੰਦੇ ਦੇ ਕਈ ਜਨਮਾਂ ਦੇ ਅੰਦਰ ਦਾ ਖਨੇਰਾ ਵੀ ਮੁੱਕ ਜਾਂਦਾ ਹੈ। ਇਹ ਦੇਰੀ ਨਹੀਂ ਲੱਗਦੀ। ਸੂਰਜ ਚੜ੍ਹਦਾ ਹੈ ਤੇ ਅੰਧਕਾਰ ਖਤਮ ਹੋ ਜਾਂਦਾ ਹੈ। ਭਗਤ ਸਾਹਿਬ ਅੱਗੇ ਬਚਨ ਕਰ ਰਹੇ ਸਨ, ਪਾਰਸ ਮਾਨੋ ਤਾਂਬੋ ਛੁਏ। ਮੰਨ ਲਓ ਕਿ ਇੱਕ ਤਾਂਬੇ ਨੂੰ ਪਾਰਸ ਨਾਲ ਛੁਹਾ ਦਿੱਤਾ ਜਾਏ, ਕਣਕ ਹੋਤ ਨਹੀਂ ਬਾਹਰ, ਉਸ ਤਾਂਬੇ ਦੇ ਸੋਨੇ ਵਿੱਚ ਤਬਦੀਲ ਹੁੰਦਿਆਂ ਕੋਈ ਦੇਰੀ ਨਹੀਂ ਲੱਗਦੀ। ਇਸੇ ਤਰ੍ਹਾਂ ਸਤਿਗੁਰੂ ਜਿਸ ਉੱਪਰ ਆਪਣੀ ਕਿਰਪਾ ਵਰਤਾਉਂਦੇ ਨੇ, ਸੱਚ ਇਹ ਵੇ ਕਿ ਉਸ ਬੰਦੇ ਦਾ ਜੀਵਨ ਤਬਦੀਲ ਹੁੰਦਿਆਂ ਵੀ ਦੇਰੀ ਨਹੀਂ ਲੱਗਦੀ। ਇਸ ਤੋਂ ਅਗਲੀ ਬੇਨਤੀ ਇਸ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ, ਕਈ ਵਾਰੀ ਅਸੀਂ ਦੇਖਦੇ ਹਾਂ ਬੜੇ ਇਨਸਾਨ ਜ਼ਿੰਦਗੀ 'ਚ ਐਸੇ ਮਿਲਣਗੇ ਜਿਨ੍ਹਾਂ ਨੇ ਕਦੀ ਧਰਮ ਵਾਲੇ ਪਾਸੇ ਸੋਚਿਆ ਹੀ ਨਹੀਂ ਹੁੰਦਾ। ਜਦੋਂ ਗੁਰੂ ਬਖਸ਼ਿਸ਼ ਵਰਦੀ ਹੈ, ਉਹੀ ਬੰਦੇ ਜਿਤਨੇ ਗਲਤ ਰਸਤੇ ਤੇ ਮਾੜੇ ਰਸਤੇ ਤੇ ਭੈੜੇ ਰਸਤੇ ਤੇ ਚੱਲਦੇ ਸਨ, ਬਿਲਕੁਲ ਉਸ ਦੇ ਵਿਪਰੀਤ ਉਹਨਾਂ ਬੰਦਗੀ ਵਿੱਚ, ਰੂਹਾਨੀਅਤ ਵਿੱਚ ਤੇ ਪ੍ਰਮਾਤਮਾ ਦੇ ਚਿੰਤਨ ਵਿੱਚ ਜੁੜ ਜਾਂਦੇ। ਹਜ਼ੂਰ ਦੇ ਅੰਮ੍ਰਿਤ ਬਚਨਾਂ ਚੋਂ ਕਿ ਗੁਰੂ ਨੂੰ ਪਰਮੇਸ਼ਵਰ ਨੇ ਆਪ ਥਾਪਿਆ ਹੈ। ਮੈਂ ਰਾਤ ਵੀ ਸ਼ਾਇਦ ਕੱਲ ਕੇ ਰਾਤ ਅਰਜ਼ ਕੀਤੀ ਸੀ ਕਿ ਗੁਰ ਪਰਮੇਸ਼ਵਰ ਧੁਰ ਦਰਗਾਹ ਤੋਂ ਥਾਪਿਆ ਹੋਇਆ ਹੈ। ਤੇ ਇਸ ਸੰਸਾਰ ਵਿੱਚ ਜਿੰਨੇ ਵੀ ਜੀਵ ਨੇ, ਗੁਰੂ ਸਾਹਿਬ ਦੇ ਇੱਕ ਅੰਮ੍ਰਿਤ ਬੋਲ ਹੈ ਜੀ ਕਿ ਕਈ ਵਾਰੀ ਬੰਦਾ ਆਪਣੀ ਜ਼ਿੰਦਗੀ ਵਿੱਚ ਇੰਨੇ ਕੁ ਪਾਪ, ਇੰਨੇ ਗੁਨਾਹ, ਕੁਕਰਮ ਕਰ ਲੈਂਦਾ, ਉਹ ਸਮਾਜ ਦੇ ਸਾਹਮਣੇ ਵੀ ਨਜ਼ਰ ਚੁੱਕ ਕੇ ਜੀ ਨਹੀਂ ਸਕਦਾ। ਉਹਦੇ ਅੰਦਰ ਗਿਲਾਨੀ ਪੈਦਾ ਹੋ ਜਾਂਦੀ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ ਕਿ ਮੰਨ ਲਓ ਇੱਕ ਬੰਦਾ ਜਿਹਨੇ ਸਾਰੀ ਜ਼ਿੰਦਗੀ ਸੰਸਾਰ 'ਚ ਪਾਪ ਕੀਤੇ, ਗੁਨਾਹ ਕੀਤੇ, ਕੁਛ ਵੀ ਚੰਗਾ ਕਰਮ ਨਹੀਂ ਕੀਤਾ, ਉਹਨੂੰ ਸੰਸਾਰ ਪਸੰਦ ਨਹੀਂ ਕਰਦਾ, ਉਸ ਦਾ ਆਪਣਾ ਪਰਿਵਾਰ ਵੀ ਉਹਨੂੰ ਲਾਇਕ ਨਹੀਂ ਕਰਦਾ, ਉਹਦੇ ਸਮਾਜ ਤੇ ਬਰਾਦਰੀ ਦੇ ਲੋਕ ਵੀ ਉਹਨੂੰ ਚਾਹੁੰਦੇ ਨਹੀਂ, ਤੇ ਫਿਰ ਇਨਸਾਨ ਜਾਏ ਕਿੱਥੇ? ਮਹਾਰਾਜ ਕਹਿੰਦੇ ਨੇ ਫਿਰ ਇੱਕ ਥਾਂ ਰਹਿ ਗਿਆ, ਪਰਮਾਤਮਾ, ਨਿਰੰਕਾਰ, ਵਾਹਿਗੁਰੂ, ਅਕਾਲ ਪੁਰਖ। ਤੇ ਜੇ ਉਹ ਪਾਪ ਕਰਨ ਵਾਲਾ ਬੰਦਾ ਪਰਮਾਤਮ ਦੇਵ ਦੇ ਘਰ ਨੂੰ ਤੁਰਨ ਲੱਗੇ, ਸਮਝਿਓ ਉੱਥੇ ਵੀ ਇਹਦਾ ਜਦੋਂ ਲੇਖਾ ਜੇਖਾ ਹੋਵੇ ਤੇ ਇਹ ਕਿਹਾ ਜਾਏ ਵੀ ਤੂੰ ਤਾਂ ਆਪਣੀ ਜ਼ਿੰਦਗੀ ਸਾਰੇ 'ਚ ਪਾਪ ਬਹੁਤ ਕੀਤੇ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ਼ਮਾਲਿਆ। ਤੂੰ ਇੰਨੇ ਗੁਨਾਹ ਕੀਤੇ ਨੇ, ਇੰਨੇ ਪਾਪ ਕੀਤੇ ਨੇ, ਤੇਰੇ ਜੈਸੇ ਪਾਮਰ ਨੂੰ, ਤੇਰੇ ਜੈਸੇ ਪਾਪੀ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਵੀ ਢੋਈ ਨਹੀਂ। ਬੜੀ ਸਪਸ਼ਟ ਜੀ ਗੱਲ। ਸੰਸਾਰ ਉਹਦੇ ਹੱਥੋਂ ਨਿਕਲ ਚੁੱਕਾ ਹੈ। ਨਿਰੰਕਾਰ ਦੇ ਘਰ ਦਾ ਵਿਧਾਨ, ਉਹਦੇ ਘਰ ਦੀ ਮਰਿਆਦਾ ਇਸ ਬੰਦੇ ਦੇ ਕੀਤੇ ਹੋਏ ਗੁਨਾਹਾਂ ਕਰਕੇ ਉਹਨੂੰ ਥਾਂ ਨਹੀਂ ਦਿੰਦੀ। ਫਿਰ ਇਨਸਾਨ ਦੀ ਥਾਂ ਕਿੱਥੇ ਰਹਿ ਗਈ? ਫਿਰ ਗੁਰੂ ਗ੍ਰੰਥ ਸਾਹਿਬ ਜੀ ਅੱਗੋਂ ਬੜਾ ਪਿਆਰਾ ਬਚਨ ਕਹਿੰਦੇ ਨੇ, ਕਹਿੰਦੇ ਇੱਕ ਕੰਮ ਕਰ, ਤੂੰ ਸਤਿਗੁਰੂ ਕੋਲ ਚਲਾ ਜਾ। ਮੈਂ ਤਾਂ ਕੱਲ ਦੀ ਇਸ ਗੱਲ ਤੇ ਜ਼ੋਰ ਦੇ ਰਿਹਾ ਕਿ ਗੁਰੂ ਸਾਹਿਬ ਆਸਾ ਕੀ ਵਾਰ ਦੀ ਆਰੰਭਤਾ ਵਿੱਚ ਪਹਿਲੇ ਸਲੋਕਾਂ ਵਿੱਚ ਗੁਰੂ ਦੀ ਵਡਿਆਈ ਦੱਸ ਰਹੇ ਨੇ ਵੀ ਗੁਰੂ ਕੀ ਬਖਸ਼ਿਸ਼ ਕਰਦੇ ਨੇ। ਤੂੰ ਗੁਰੂ ਕੋਲ ਚਲਾ ਜਾ। ਤੇ ਮਹਾਰਾਜ ਗੁਰੂ ਕੀ ਕਰਨਗੇ? ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਇਹ ਕਿਰਪਾ ਕਰਨਗੇ ਕਿ ਤੇਰੇ ਅੰਦਰ ਜਿਹੜੇ ਪਾਪ ਨੇ, ਜੋ ਤੂੰ ਕਰਮ ਕੀਤੇ ਨੇ, ਸੱਚ ਇਹ ਵੇ ਗੁਰੂ ਕਿਰਪਾ ਕਰੇਗਾ, ਆਪਣੇ ਉਪਦੇਸ਼ ਨਾਲ ਤੇਰੇ ਅੰਦਰ ਨੂੰ ਧੋ ਦੇਗਾ, ਪਵਿੱਤਰ ਕਰੇਗਾ। ਤੇ ਜਿਹਨੂੰ ਸੰਸਾਰ ਵੀ ਨਹੀਂ ਰੱਖਦਾ, ਪਰਮਾਤਮਾ ਦੇ ਘਰ ਵਿੱਚ ਵੀ ਢੋਈ ਨਹੀਂ, ਜੇ ਸਤਿਗੁਰੂ ਕਿਰਪਾ ਕਰ ਦੇਵੇ ਤੇ ਪਰਮਾਤਮਾ ਦੇ ਦਰ ਤੇ ਧੱਕਿਆਂ ਹੋਇਆਂ ਨੂੰ ਵੀ ਪ੍ਰਵਾਨ ਕਰਾ ਦਿੰਦਾ ਹੈ। ਇਹ ਗੁਰੂ 'ਚ ਤਾਕਤ ਹੈ, ਸਮਰੱਥਾ ਹੈ। ਹਜ਼ੂਰ ਦਾ ਇੱਕ ਅੰਮ੍ਰਿਤ ਬੋਲ ਹੈ ਕਿ ਆਪੇ ਕੁਦਰਤ ਸਾਜ ਕੈ, ਆਪੇ ਕਰੇ ਵਿਚਾਰ। ਉਹਨੇ ਸਭ ਕੁਝ ਆਪ ਬਣਾਇਆ, ਦੋਹਾਂ ਸਿਰਿਆਂ ਕਾ ਆਪੇ ਉਹ ਖਸਮ ਹੈ। ਹਜ਼ੂਰ ਕਹਿੰਦੇ ਨੇ ਆਪੇ ਕੁਦਰਤ ਸਾਜ ਕੈ, ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ। ਇਸ ਸੰਸਾਰ ਵਿੱਚ ਕਈ ਖੋਟੇ ਬਣਾ ਦਿੱਤੇ, ਕਈ ਖਰੇ ਬਣਾ ਦਿੱਤੇ, ਪਰ ਨਾਲ ਉਹ ਖੋਟਿਆਂ ਖਰਿਆਂ ਦੀ ਪਰਖ ਵੀ ਆਪ ਕਰੇ। ਆਪੇ ਕੁਦਰਤ ਸਾਜ ਕੇ, ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ, ਆਪੇ ਪਰਖਣਹਾਰ। ਖਰੇ ਖਜ਼ਾਨੇ ਪਾਹੀਏ, ਖਰਿਆਂ ਨੂੰ ਖਜ਼ਾਨੇ ਵਿੱਚ ਥਾਂ ਮਿਲ ਗਈ। ਇਹਦਾ ਮਤਲਬ ਜਿਹੜੇ ਅੰਦਰੋਂ ਸ਼ੁੱਧ ਸਨ, ਪਵਿੱਤਰ ਸਨ, ਬੰਦਗੀ 'ਚ ਭਿੱਜੇ ਸਨ, ਉਹਨਾਂ ਨੂੰ ਪਰਮਾਤਮਾ ਦੇ ਘਰ ਵਿੱਚ ਥਾਂ ਨਸੀਬ ਹੋ ਗਈ। ਖੋਟੇ ਸੱਟੀਆਂ ਬਾਹਰ ਬਾਹਰ, ਖੋਟਿਆਂ ਨੂੰ ਬਾਹਰ ਧੱਕ ਦਿੱਤਾ ਗਿਆ। ਚੁਣ ਵੱਖ ਕੱਢੇ ਜਜ਼ਮਾਲਿਆ, ਅੱਗੇ ਅਸੀਂ ਪੜਾਂਗੇ, ਉਹ ਵੱਖ ਕਰ ਦਿੱਤੇ ਗਏ।
ਮਹਾਰਾਜ ਕਹਿੰਦੇ ਨੇ ਖੋਟੇ ਬਾਹਰ ਛੱਡ ਦਿੱਤੇ ਗਏ, ਹੁਣ ਇਹ ਜਾਣ ਕਿੱਥੇ। ਇਹੀ ਤਾਂ ਪਰਮਾਤਮਾ ਨੇ ਗੁਰ ਪਰਮੇਸ਼ਵਰ ਨੂੰ ਬਖਸ਼ਿਸ਼ ਦੇ ਕੇ ਦਿੱਤੀ ਤੋਰਿਆ, ਜਿਸ ਪਰਮਾਤਮਾ ਦਾ ਰੂਪ ਰੇਖ ਰੰਗ ਕੁਛ ਨਹੀਂ। ਹੁਣ ਉਸ ਨਾਲ ਜੁੜਨ ਲਈ ਪਾਪੀ ਬੰਦਾ ਜੇ ਗੁਰੂ ਦੇ ਚਰਨ ਪਰਸ ਲਵੇ ਤੇ ਗੁਰੂ ਉਹਨੂੰ ਸਵੀਕਾਰ ਕਰਾ ਦਿੰਦੇ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਖਰੇ ਖਜ਼ਾਨੇ ਪਾਈਆਂ ਖੋਟੇ ਸਟੀਆਂ ਬਾਹਰ ਵਾਹਰ, ਖੋਟੇ ਸੱਚੀ ਦਰਗਹਿ ਸੁਟੀਆਂ ਕਿਸ ਆਗੈ ਕਰੈ ਪੁਕਾਰ। ਮਹਾਰਾਜ ਕਹਿੰਦੇ ਸਤਿਗੁਰ ਪਿੱਛੇ ਭਜ ਪਾਵੇਂ ਬਲਿਹਾਰੀ ਗੁਰ ਆਪਣੇ। ਸਤਿਗੁਰ ਪਿੱਛੇ ਭਜ ਪਾਵੇਂ ਏਖਾ ਕਰਨੀ ਸਾਰ, ਸਭ ਤੋਂ ਸ੍ਰੇਸ਼ਟ ਕਰਨੀ, ਸਭ ਤੋਂ ਸ੍ਰੇਸ਼ਟ ਉਦਮ ਇਹਵੇ ਕਿ ਉਹ ਸਤਿਗੁਰੂ ਦੇ ਪਿੱਛੇ ਚਲੇ ਜਾਣ, ਆਪਣੀ ਕੌਮੇ ਛੱਡ ਦੇ। ਸਤਿਗੁਰੂ ਪਿੱਛੇ ਭਜ ਪਾਵੇਂ ਏਖਾ ਕਰਨੀ ਸਾਰ, ਕਿਉਂ ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰ ਨਖਾ। ਗੁਰੂ ਦੇਰੀ ਨਹੀਂ ਲਾਉਂਦੇ, ਇੱਕ ਖਿੰਨ ਵਿੱਚ ਖੋਟੇ ਨੂੰ ਖਰਾ ਬਣਾ ਦਿੰਦੇ ਨੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚੋਂ। ਹੁਣ ਜਦੋਂ ਗੁਰੂ ਬਖਸ਼ਿਸ਼ ਕਰਦੇ ਨੇ, ਕਈ ਜਨਮਾਂ ਦੇ ਵਿਛੜਿਆਂ ਨੂੰ ਗੁਰੂ ਕੋਲ ਤਾਕਤ ਹੈ, ਪਰ ਹਰ ਬੰਦੇ ਦਾ ਨਜ਼ਰੀਆ ਆਪੋ ਆਪਣੇ, ਵੇਖਣ ਦਾ ਢੰਗ ਆਪੋ ਆਪਣੇ। ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਉਹੀ ਨੇ, ਸ਼ਬਦ ਉਹੀ ਹੈ, ਗੁਰੂ ਨਾਨਕ ਸਾਹਿਬ ਦੀ ਜੋਤ ਉਹੀ ਹੈ। ਬਾਣੀ ਅਸੀਂ ਸਾਰੇ ਪੜ੍ਹਦੇ ਵਿਚਾਰਨੇ, ਪਰ ਵਿਚਾਰ ਪੜ੍ਹਨ ਦੀ ਗੱਲ ਨਹੀਂ, ਗੱਲ ਇਹ ਵੇ ਤੁਹਾਡੇ ਅੰਦਰ ਦੀ ਭਾਵਨਾ ਕੀ ਹੈ। ਇਹਦਾ ਅਰਥ ਇਹ ਨਹੀਂ ਸਮਝਣਾ ਵੀ ਵਿਚਾਰ ਨਹੀਂ ਕਰਨੀ ਚਾਹੀਦੀ ਜਾਂ ਸ਼ੁੱਧ ਉਚਾਰਨ ਨਹੀਂ ਕਰਨਾ ਚਾਹੀਦਾ। ਮੰਨ ਲਓ ਇੱਕ ਬੰਦਾ ਰੋਜ਼ ਪੜ੍ਹ ਰਿਹਾ, ਵਿਚਾਰ ਰਿਹਾ, ਪਰ ਉਹਦੀ ਭਾਵਨਾ, ਉਹਦਾ ਭਰੋਸਾ, ਉਹਦਾ ਫੇਥ ਇਤਨਾ ਨਹੀਂ। ਇੱਕ ਉਦਾਹਰਨ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਜਿਸ ਦਿਨ ਗੁਰਗੱਦੀ ਬਾਬਾ ਲਹਿਣਾ ਸਾਹਿਬ ਜੀ ਨੂੰ ਦੇ ਦਿੱਤੀ, ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਇੱਕ ਪੁਸਤਕ ਸੀ ਸਾਡੇ ਗੁਰਦੇਵ, ਉਸ ਵਿੱਚ ਇਸ ਘਟਨਾ ਦਾ ਉਹਨਾਂ ਜ਼ਿਕਰ ਕੀਤਾ। ਕਹਿੰਦੇ ਨੇ ਉਸ ਵਕਤ ਪਰਿਵਾਰ ਦੇ ਲੋਕ ਵੀ ਇਕੱਠੇ ਹੋ ਗਏ ਕਿ ਮਹਾਰਾਜ ਤੁਹਾਡੇ ਪੁੱਤਰ ਨੇ, ਤੁਸੀਂ ਪੁੱਤਰਾਂ ਨੂੰ ਗੱਦੀ ਦੇਣ ਦੀ ਥਾਂ ਆਪਣੇ ਸੇਵਕ ਨੂੰ ਦੇ ਦਿੱਤੀ, ਲਹਿਣਾ ਸਾਹਿਬ ਨੂੰ ਦੇ ਦਿੱਤੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਦਮ ਸਾਹਿਬ ਲਿਖਦੇ ਨੇ ਆਪਣੇ ਹੱਥ ਦੇ ਵਿੱਚ ਇੱਕ ਟਕਾ ਪਕੜ ਲਿਆ। ਉਸ ਵਕਤ ਪੈਸਾ ਟਕਾ ਧੇਲਾ ਚੱਲਦਾ ਸੀ, ਹੱਥ ਵਿੱਚ ਟਕਾ ਪਕੜ ਲਿਆ ਜਾਂ ਪੈਸਾ ਸ਼ਬਦ ਵਰਤ ਲਈ, ਤੇ ਉਹਨੂੰ ਮੁੱਠੀ 'ਚ ਪਹਿਲਾਂ ਬੰਦ ਕੀਤਾ, ਫਿਰ ਹੱਥ ਖੋਲ ਕੇ ਆਪਣੇ ਪੁੱਤਰਾਂ ਨੂੰ, ਨਜ਼ਦੀਕੀਆਂ ਨੂੰ ਆਵਾਜ਼ ਮਾਰ ਕੇ ਕਿਹਾ। ਤੇ ਇਹਨੂੰ ਇਹ ਨਾ ਕੋਈ ਸਮਝੇ ਅਸੀਂ ਗੁਰੂ ਪੁੱਤਰਾਂ ਦੀ ਨਿਰਾਦਰੀ ਕਰ ਰਹੇ ਹਾਂ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕਿਉਂ। ਪੁੱਤਰ ਵੀ ਘੋਖੇ, ਸਿੱਖ ਵੀ ਘੋਖੇ। ਜਿੰਨੀ ਉਮਤ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੀ ਸੰਗਤ ਸੀ, ਉਹਨੂੰ ਵੀ ਪੜਚੋਲਿਆ। ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕਿਉਂ, ਜਾਂ ਸੁਦੋਸ਼ ਤਾਂ ਲਹਿਣਾ ਟੇਕਿਓ। ਹਜ਼ੂਰ ਨੇ ਉਹ ਟਕਾ ਆਪਣੇ ਹੱਥ ਦਾ ਸਾਹਮਣੇ ਰੱਖ ਕੇ ਕਿਹਾ ਕਿ ਬੇਟਿਆਂ ਨੂੰ ਪੁੱਛਿਆ, ਮੇਰੇ ਹੱਥ ਦੇ ਤਲੀ ਉੱਪਰ ਕੀ ਹੈ? ਆਵਾਜ਼ ਦਿੱਤੀ, ਮਹਾਰਾਜ ਤੁਹਾਡੇ ਹੱਥ ਦੀ ਤਲੀ ਉੱਪਰ ਟਕਾ, ਹੋਰ ਤਾਂ ਕੁਛ ਨਹੀਂ। ਹਜ਼ੂਰ ਕਹਿੰਦੇ ਨਜ਼ਰ ਭਰ ਕੇ ਦੇਖੋ। ਕਹਿਣ ਲੱਗੇ ਨਹੀਂ ਨਹੀਂ ਮਹਾਰਾਜ, ਇਹ ਤਾਂ ਸਭ ਨੂੰ ਦਿਸਦਾ ਪਿਆ, ਹੱਥ ਦੀ ਤਲੀ ਉੱਪਰ ਸਿਰਫ ਟਕਾ ਹੈ, ਇਸ ਤੋਂ ਇਲਾਵਾ ਕੁਛ ਨਹੀਂ। ਕਹਿੰਦੇ ਧੰਨ ਗੁਰੂ ਅੰਗਦ ਸਾਹਿਬ ਜਿੰਨਾ ਬੰਨਾ ਹੈ, ਜਿਨ੍ਹਾਂ ਉੱਪਰ ਬਖਸ਼ਿਸ਼ ਵਰਤਨੀ ਹੈ, ਜਦੋਂ ਉਹਨਾਂ ਨੂੰ ਪੁੱਛਿਆ ਪੁਰਖਾ ਭਾਈ ਲਹਿਣਾ ਸਾਹਿਬ ਜੀ ਨੂੰ, ਮੇਰੇ ਹੱਥ ਦੀ ਤਲੀ ਉੱਪਰ ਕੀ ਹੈ? ਸਾਰੇ ਕਹਿ ਰਹੇ ਨੇ ਮੇਰੇ ਹੱਥ ਦੀ ਤਲੀ ਤੇ ਟਕਾ ਹੈ। ਉਸ ਵਕਤ ਉਹਨਾਂ ਨੇ ਉੱਤਰ ਦਿੱਤਾ, ਦਾਤਾਰ ਪਹਿਲੀ ਬਾਤ ਤਾਂ ਮੇਰੇ ਅੰਦਰ ਸਮਰੱਥਾ ਹੀ ਨਹੀਂ, ਮੈਂ ਦੱਸ ਸਕਾਂ ਕਿ ਮੇਰੇ ਗੁਰੂ ਦੇ ਹੱਥ ਵਿੱਚ ਕੀ ਕੁਛ ਹੈ। ਹੁਣ ਬਸ ਇਹਨੂੰ ਥੋੜਾ ਜਿਹਾ ਸਮਝਿਓ। ਜੇ ਦ੍ਰਿਸ਼ਟਮਾਨ ਵਿੱਚ ਦੇਖੋਗੇ ਤੇ ਹੱਥ ਨਜ਼ਰ ਆਏਗਾ, ਹੱਥ ਦੇ ਦਿਸਦਾ ਹੋਇਆ ਟਕਾ ਦਿਸੇਗਾ, ਪਰ ਜਦੋਂ ਅੰਦਰ ਦੀ ਭਾਵਨਾ ਨਾਲ ਗੁਰ ਪਰਮੇਸ਼ਰ ਜਾਣ ਕੇ ਦੇਖੋਗੇ ਤੇ ਉਦੋਂ ਅਸੀਂ ਦੱਸਣ ਦੇ ਵਿੱਚ ਅਸਮਰੱਥ ਹੋ ਜਾਵਾਂਗੇ। ਮਹਾਰਾਜ ਮੇਰੇ ਕੋਲ ਇੰਨੀ ਸਮਰੱਥਾ, ਇੰਨੀ ਤਾਕਤ ਨਹੀਂ ਕਿ ਮੈਂ ਦੱਸ ਸਕਾਂ ਆਪ ਜੀ ਦੇ ਹੱਥ ਦੀ ਤਲੀ ਉੱਪਰ ਕੀ। ਹਜ਼ੂਰ ਨੇ ਕਿਹਾ, ਸਾਰੇ ਬੋਲ ਕੇ ਦੱਸ ਰਹੇ ਨੇ ਕਿ ਦ੍ਰਿਸ਼ਟਮਾਨ ਸਿਰਫ ਮੇਰੇ ਹੱਥ ਦੀ ਤਲੀ ਉੱਪਰ ਟਕਾ ਹੈ। ਉਹਨਾਂ ਨੇ ਨਿਮਰਤਾ ਸਹਿਤ ਬੇਨਤੀ ਕੀਤੀ, ਨਹੀਂ ਮਹਾਰਾਜ
ਬਹੁਤ ਕੁਛ ਹੱਥ ਦੀ ਤਲੀ 'ਚ। ਮਹਾਰਾਜ ਪੁੱਛਦੇ ਨੇ ਕੀ? ਕਹਿਣ ਲੱਗੇ ਦੁਨੀਆ ਭਰ ਦੇ ਖਜ਼ਾਨੇ ਤੁਹਾਡੇ ਹੱਥ 'ਚ ਨੇ, ਰਿੱਧੀਆਂ ਸਿੱਧੀਆਂ ਨਦੀਆਂ ਤੁਹਾਡੇ ਹੱਥ 'ਚ ਨੇ। ਕਿਹੜੀ ਸ਼ਕਤੀ ਹੈ ਜਿਹੜੀ ਆਪ ਜੀ ਦੇ ਹੱਥ 'ਚ ਨਹੀਂ? ਇੰਨੇ ਸ਼ਬਦ ਕਹਿ ਕੇ ਖਜ਼ਾਨੇ, ਰਿੱਧੀਆਂ ਸਿੱਧੀਆਂ ਨਿਧੀਆਂ, ਅਦ੍ਰਿਸ਼ਟ ਤਾਕਤਾਂ, ਤੇ ਅਖੀਰ ਤੇ ਉਹਨਾਂ ਸ਼ਬਦ ਕਿਹਾ, ਸੱਚੇ ਪਾਤਸ਼ਾਹ ਇਹ ਸਿਰਫ ਗੁਰੂ ਦੇ ਹੱਥ ਵਿੱਚ, ਤੁਹਾਡੇ ਹੱਥ ਵਿੱਚ ਹੈ ਕਿ ਕਰੋੜਾਂ ਜਨਮਾਂ ਦੇ ਟੁੱਟੇ ਹੋਏ ਨੂੰ ਤੁਸੀਂ ਰੱਬ ਦੇ ਨਾਲ ਜੋੜ ਦਿੰਦੇ ਹੋ। ਇਹ ਕਿਸੇ ਹੋਰ ਦੇ ਹੱਥ 'ਚ ਨਹੀਂ। ਮੈਂ ਬੇਨਤੀ ਕਰਾਂਗਾ ਕਿ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦੇਰੀ ਨਹੀਂ ਲੱਗਦੀ, ਇਹ ਗੁਰੂ ਅੰਦਰ ਸ਼ਕਤੀ ਹੈ। ਪਰ ਮੈਂ ਅਗਲੀ ਬੇਨਤੀ, ਅਗਲੇ ਸ਼ਲੋਕ ਤੇ ਜਾਣ ਤੋਂ ਪਹਿਲਾਂ ਗੁਰੂ ਕਿਸ ਕਿਸ ਰੂਪ 'ਚ ਕਿਰਪਾ ਵਰਤਾਉਂਦੇ ਨੇ। ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਕਹਿੰਦੇ ਜਦੋਂ ਕੋਈ ਗੁਰੂ ਦੇ ਦਰਸ਼ਨ ਕਰਦਾ ਹੈ, ਸਤਿਗੁਰੂ ਆਪਣੇ ਦਰਸ਼ਨਾਂ ਨਾਲ ਵੀ ਕਿਰਪਾ ਵਰਤਾ ਦਿੰਦੇ ਨੇ। ਜਦੋਂ ਕੋਈ ਗੁਰੂ ਦੇ ਬੋਲ ਆਪਣੇ ਕੰਨਾਂ ਨਾਲ ਸੁਣਦਾ, ਗੁਰੂ ਉਦੋਂ ਵੀ ਕਿਰਪਾ ਵਰਤਾ ਦਿੰਦੇ ਨੇ। ਜਦੋਂ ਕੋਈ ਗੁਰੂ ਦੇ ਚਰਨ ਸਪਰਸ਼ ਕਰਦਾ ਹੈ, ਚਰਨਾਂ ਰਾਹੀਂ ਵੀ ਗੁਰੂ ਬਖਸ਼ਿਸ਼ ਵਰਤਾ ਦਿੰਦੇ ਨੇ। ਜਦੋਂ ਕੋਈ ਗੁਰੂ ਦੇ ਮੰਤਰ ਨੂੰ ਆਪਣੇ ਹਿਰਦੇ 'ਚ ਕਮਾਉਂਦਾ ਹੈ, ਗੁਰ ਮੰਤਰ ਰਾਹੀਂ ਵੀ ਕਿਰਪਾ ਵਰਤਾ ਦਿੰਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੰਨੇ ਸਮਰੱਥ ਨੇ ਗੁਰੂ, ਜੇ ਰਹਿਮਤ ਦੀ ਨਜ਼ਰ ਭਰ ਕੇ ਦੇਖਣ, ਇੱਕ ਪਾਪੀ ਬੰਦੇ ਨੂੰ ਵੀ ਸੰਤ ਬਣਾ ਦਿੰਦੇ ਨੇ। ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ ਕਿ ਸਫਲ ਦਰਸ਼ਨ ਪੇਖਤ ਪੁਨੀਤ, ਗੁਰੂ ਦੇ ਦਰਸ਼ਨ ਨੇਫਲ ਨੇ। ਜਦੋਂ ਗੁਰੂ ਦੇ ਦਰਸ਼ਨ ਕੋਈ ਕਰਦਾ ਹੈ, ਉਹਨਾਂ ਦੇ ਦਰਸ਼ਨਾਂ ਵਿੱਚ ਸਫਲਤਾ ਹੈ, ਨੇਫਲਤਾ ਨੇ। ਉਹਨਾਂ ਦੇ ਦਰਸ਼ਨ ਕਰਕੇ ਅੰਦਰ ਪਵਿੱਤਰਤਾ ਹੁੰਦੀ। ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ, ਜਦੋਂ ਗੁਰੂ ਦੇ ਚਰਨ ਪਕੜੇ, ਤੇ ਜਿਸ ਬੰਦੇ ਦੇ ਜ਼ਿੰਦਗੀ ਦੀ ਰੀਤਦਾਰ ਤੇ ਮਰਿਆਦਾ ਚੰਗੀ ਨਹੀਂ ਸੀ, ਅੰਦਰ ਅੱਤ ਦਾ ਮੈਲਾ ਸੀ, ਗੁਰੂ ਦੇ ਚਰਨ ਸਪਰਸ਼ ਕੀਤੇ ਤੇ ਜੀਵਨ ਦੀ ਮਰਿਆਦਾ ਵੀ ਪਵਿੱਤਰ ਹੋ ਗਈ। ਜਿਹੜਾ ਕਦੀ ਪਰਮਾਤਮਾ ਦੇ ਗੁਣ ਨਹੀਂ ਸੀ ਗਾਉਂਦਾ, ਕਹਿਣਾ ਸਿਮਰਨ ਕੀ ਕਰ ਰਹੇ ਹੋ, ਕੀਰਤਨ ਕੀ ਕਰ ਰਹੇ ਹੋ, ਇਹ ਕੀ ਲੋੜ ਹੈ? ਕਹਿੰਦੇ ਨੇ ਹੁਣ ਜਦੋਂ ਗੁਰੂ ਦੀ ਬਖਸ਼ਿਸ਼ ਹੋਈ, ਉਹਦਾ ਅੰਦਰ ਵੀ ਪਵਿੱਤਰ ਹੋਇਆ ਤੇ ਗੁਰੂ ਦੇ ਗੀਤ ਗਾਉਣ ਲੱਗ ਪਿਆ। ਉਹ ਦਿਨ ਰਾਤ ਆਪ ਸਿਮਰਤ ਕਰ। ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾ ਗਵੇ। ਸੁਣ ਕਰ ਬਚਨ ਹੁਣ ਇਹਦਾ ਅੰਦਰ ਰੱਜ ਗਿਆ, ਕਿਉਂਕਿ ਪੂਰੇ ਗੁਰੂ ਦੀ ਬਖਸ਼ਿਸ਼ ਹੈ। ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਹਰ। ਬੇਨਤੀ ਕਰਾਂ ਇਸ ਤੋਂ ਅੱਗੇ, ਇਸ ਪਹਿਲੇ ਸ਼ਲੋਕ ਵਿੱਚ ਤਾਂ ਗੁਰੂ ਨਾਨਕ ਸਾਹਿਬ ਗੁਰੂ ਦੀ ਅਜ਼ਮਤ, ਗੁਰੂ ਦੀ ਬਖਸ਼ਿਸ਼ ਦਰਸਾਉਂਦੇ ਨੇ। ਹੁਣ ਅਗਲੇ ਸ਼ਲੋਕ ਵਿੱਚ ਹੈ, ਧੰਨ ਗੁਰੂ ਅੰਗਦ ਦੇਵ ਜੀ ਦਾ ਇਹ ਅੰਮ੍ਰਿਤ ਬਚਨ ਹੈ। ਇਹ ਸ਼ਲੋਕ ਹੈ, ਜੇ 100 ਪਾਠ ਨਹੀਂ ਕਰਨਾ, ਜਿੰਨੀ ਕੋ ਮੈਨੂੰ ਸੋਝੀ ਮੈਂ ਉਨੀ ਕੁ ਉਚਾਰਨ ਸੰਬੰਧੀ ਬੇਨਤੀ ਕਰੀ ਜਾ ਰਿਹਾ। ਜੇ 100 ਕਿਤੇ ਨਾਸਕੀ ਬੋਲ ਦਿੱਤਾ, ਅਨਰਥ ਹੋ ਜਾਣਗੇ। 100 ਦਾ ਅਰਥ ਸੌਣਾ, ਤੇ ਇੱਥੇ 100 ਦਾ ਅਰਥ ਹੈ ਸੈਂਕੜੇ। ਜੇ 100 ਚੰਦਾ ਦਾ ਅਰਥ ਚੰਦਰਮਾ। ਉਗਵੈ ਨਹੀਂ, ਹਾਏ ਨੂੰ ਸਿਹਾਰੀ ਲੱਗੀ। ਜੇ 100 ਚੰਦਾ ਉਗਵੈ, ਜੇ ਸੈਂਕੜੇ ਚੰਦਰਮਾ ਉਗ ਪੈਣ, ਪੈਦਾ ਹੋ ਜਾਣ, ਪੈਦਾਇਸ਼ ਹੋ ਜਾਏ ਉਹਨਾਂ ਦੀ। ਸੂਰਜ ਚੜ੍ਹੇ ਨਹੀਂ, ਇੱਥੇ ਵੀ ਖਾਹੇ ਨੂੰ ਸਿਹਾਰੀ ਲੱਗੀ ਹੈ। ਸੂਰਜ ਚੜ੍ਹੇ ਹਜ਼ਾਰ, ਜੇ ਸੈਂਕੜੇ ਚੰਦਰਮਾ ਅਸਮਾਨ ਤੇ ਆ ਜਾਣ, ਹਜ਼ਾਰਾਂ ਸੂਰਜ ਜਿਹੜੇ ਨੇ ਉਹਨਾਂ ਦਾ ਪ੍ਰਕਾਸ਼ ਇਸ ਧਰਤੀ ਤੇ ਪੈਣ ਲੱਗ ਪਵੇ। ਇਤੇ ਚਾਨਣ, ਪਹਿਲਾ ਨੰਨਾ ਹੈ ਬਾਅਦ ਚ ਨਾਣਾ ਹੈ। ਇਤੇ ਚਾਨਣ, ਇਹਨਾਂ ਚਾਨਣ। ਅੱਗੇ ਹੈ ਖੁੰਦਿਆਂ, ਚੇਤੇ ਰੱਖਿਓ ਖੁੰਦਿਆਂ ਨਹੀਂ ਪੜ੍ਹਨਾ। ਕਈ ਵਾਰੀ ਕਈ ਸੱਜਣ ਇਤੇ ਚਾਨਣ ਖੁੰਦਿਆਂ, ਗੁਰੂ ਗ੍ਰੰਥ ਸਾਹਿਬ ਸਿਰਫ ਇੱਕੋ ਵਾਰੀ ਪਾਠ ਹੈ ਖੁੰਦਿਆਂ। ਮੈਂ ਜੇ ਭੁੱਲਾਂ ਨਾ, ਕਿਉਂਕਿ ਗੁਰੂ ਸਮਰੱਥ ਨੇ। ਆ ਜਿਹੜਾ ਪਾਠ ਹੈ ਖੁੰਦਿਆਂ, ਇਹ ਸਿਰਫ ਇੱਕੋ ਵਾਰੀ ਸ਼ਬਦ ਆਇਆ ਗੁਰੂ ਗ੍ਰੰਥ ਸਾਹਿਬ 'ਚ, ਉਹ ਵੀ ਆਸਾ ਕੀ ਵਾਰ ਦੇ ਦੂਜੇ ਸ਼ਲੋਕ 'ਚ। ਜੇ 100 ਚੰਦਾ ਉਗਵੈ,
सूरज चढ़ै हजार, एते चानण होंदियां गुर बिन घोर अंधार। अंधियार नहीं पढ़ना, इत्थे अंधार है। सिर्फ पहला उच्चारण संबंधी। सैकड़े चंद्रमा आसमान ते आ जान, हज़ारां सूरज चढ़ जान, पर हजूर कहते ने इन्ना प्रकाश इन्ना चानण होने के बावजूद सतगुरु तो बिना फिर भी बंदा खनेरे विच ही डुबा रहिंदा है। थोड़ा जिहा इहदे भाव अर्थ लैणे ने। इत्थे चंद्रमा ते सूरज का अर्थ की है? हालांकि सूरज अपनी रोशनी बखेरदा है, चंद्रमा जिहड़ा वो अपनी शीतलता वंडदा है, पर यह भी सब नूं पता है साइंस मुताबक कि ये चंद्रमा सूरज तो रोशनी लै रहा है, तो सूरज जिहड़ा वो सूरजां दे महासूरज तो अपनी रोशनी लै रहा है। ये सूरज तो बड़े वड्डे वड्डे सूरज ने। तां ही तां सतगुरु ने बाणी विच इशारे मात्र ज्ञान खंड च बख्शिश की कि केते इंद चंद सूर केते केते मंडल देस। पर ये जिन्ने सूरज ने, कला साडा सूरज नहीं। चलो साडा तां इस धरती का एको सूरज है। ये सच एवे दूजे सूरजा सामने इहदी हस्ती कोई नहीं, जिहदे तक साडी अजे पहुँच नहीं कोई। हजूर कहते हैं जिहड़ा सूरजां तो भी वड्डा सूरज है, जिहड़ा इहनूं रोशनी दे रहा है। मैं बेनती करा, इन्ना प्रकाश वंडिया जा रहा है, इन्ना चानण है, पर चानण होने के बावजूद बंदा खनेरे च डुबा है, क्योंकि अंदर दी अज्ञानता दा खनेरा बाहर दे चानण नाल नहीं जा सकता। ये अखरी अर्थ हो गए। भाव अर्थ की है? भाव अर्थ ध्यान नाल सुनियो। इत्थे भाव अर्थ का अर्थ करांगे असीं। मान लो कि बंदे कोल ज्ञान विज्ञान साइंस नॉलेज बहुत ज़्यादा हो जाए, फिर ध्यान नाल सुनियो इस श्लोक के भाव अर्थ। मैं पहला आखिरी अर्थ किते ने, सैकड़े चंद्रमा सूरज आसमान ते हज़ारां आ जान, पर इन्ना चानण होने के बावजूद अंदर दा अंधेरा अंधार अंधकार खत्म नहीं हो सकता। सुनियो, ਇਹਦਾ भाव अर्थ है वे। मान लो साइंस बहुत तरक्की कर गई, अज बंदे को ज्ञान बहुत ज़्यादा है, पर की बाहर मुखी ज्ञान नाल बाहर दी नॉलेज नाल बाहर दी ढेर सारे इकट्ठियां कीतियां हुई सूचनावां नाल बंदे दे अंदर ज्ञान हो सकेगा? थोड़ा जिहा फिर ध्यान नाल सुनियो, मैं समझा सकां मन नूं। मान लो एक बंदे को नॉलेज बहुत है, वो नॉलेज भी तो एक चानण है। एक बंदे को इन्नी ताकत है, वो साइंसदान उन्हें हर चीज़ नूं सिद्ध करन ते लगा है, पर हर चीज़ नूं सिद्ध करने वाला बंदा कोई जरूरी नहीं कि अंदरों रूहानीयत पक्षों ज्ञानवान होवे। ज्ञान का संबंध अध्यात्मकता का संबंध अंदर नाल है। बाहर दी सियाणप बाहर दी अकल सानू साधन ते सुख मुहैया करा सकती है, पर चेते रखियो बाहर दे साधन जिहड़े ने साडे मन की शांति पैदा नहीं कर सकते। गुरु तो बिना अंदर दा खनेरा नहीं जा सकता। ये आदि काल तो है। हुण कई बारी साडे सज्जने शब्द कह दिंदे आ, अमृत छकन की गल चलदी है, गुरबाणी पढ़न की गल चलदी है, इत्थों तक कि जेड़े बंदे बाणी उत्ते लिखते पे ने, कमाल की गल उन्हां कोल नॉलेज बहुत ज़्यादा है, पर अंदर दा ज्ञान किसी टावें टावें कोल है। फिर गल ध्यान नाल सुनियो। गुरु ग्रंथ साहिब च एक श्लोक है गाथा विच, आ जदों शब्द की गल नाम की गल चलती है, साडे लोग अनपढ़ बंदे भी ये शब्द कह देंगे, दुनिया तो हुण चंद्रमा ते पहुँच गई, लोग तो दूसरे ग्रहां ते पहुँच गए, तो तुसी पुरानियां गल्लां करी जांदे हो, गुरु शब्द बाणी नाम। मैं उन्हां नूं उत्तर देना चाहना, ईरखा वश हो के नहीं, सिर्फ एक चंद्रमा तक बंदा पहुँचे, ये तुहानूं सब नूं पता है, पर उतों लैके की आया? मस्कीन साहब कहते से इन्ना पैसा लाया, इन्ना जोर लाया कि अंदर दी शांति लभ के आया। कह लगे उत्थे भी गया तो मिट्टी ते पत्थर दे टुकड़े लैके वापस आया। परम सत तो उतों भी नहीं लभा। इनू ये नहीं समझना कि मैं साइंस का कोई विरोधी हाँ, मैं सिर्फ एक सीधी जी गल कर रहा कि मान लो बंदे ने पता नहीं बिलियन बिलियन डॉलर इन्ना कुछ मुल्कों ने खर्क दिता, बंदा पहुँच गया, ये कोल नॉलेज आ गई, ये दूसरे प्लैनेट ते पहुँच गया, तो वापसी की उत्थे परम शांति सी, अंदर दा सुख सी, वापस मुड़े है, ये लैके आया पत्थर, लैके आया मिट्टी का पोटली टुकड़े। गुरु ग्रंथ साहिब की बाणी ने एक बहुत वड्डी
गल कही, कहन लगे अजे तो सिर्फ तू राकट राही आसमान दे उत्ते जा रहा है। कहते ने इहो जिहा वक्त आवे कि तू अपनी बॉडी नूं सूक्ष्म तो सूक्ष्म कर लै। ये गल ध्यान नाल सुनियो, कली साइंस नहीं, करामाती बंदे भी। फिर बेनती सुनियो, करामात कुछ होर चीज़ जे, रब दे अंदर दा मिलाप कुछ होर चीज़ है। रिदियां सिद्धियां करामाता हैं, पर जिथे स्पिरिचुअलिटी है उत्थे सच ये वे कि रिधी सिद्धि दी कोई कीमत नहीं रहिंदी। गुरु नानक साहब ने कहा, कहन लगे जोगियो तुसीं इहदे विच स्वाद लैंदे हो कि जदों कोई तुहानूं तुहाडे सामने आउंदा है, तुसीं पंछी बण के उड्डण लग पैंदे हो, सप बन के फुंकारे मारदे हो, तुसीं मूँह विचों अग कढदे हो, आसमान विच उड्डण लग पैंदे हो। पर सतगुरु कहंदे ने घरों कास लई तुरे सी, ये रिधियां सिद्धियां लैण लई कि घरों इस लई तुरे सी मूँह चों अग कढांगे। महाराज कहंदे ने सच ये जे मैं तैनूं हकीकत कहना कि रिधियां सिद्धियां रब दे नाम दा स्वाद नहीं जे, ये तां अवरा साध है। असीं रोज़ पढ़ने हैं, भुगत ज्ञान दया भंडारन, घट घट वाजै नाद, आप नाथ नाती सब जाकी, रिद सिद्ध अवरा साध है। ये नाम दा स्वाद नहीं, ये सिमरन दा स्वाद नहीं, ये अवरा साध है। फिर बेनती सुनियो, महाराज कहते इन्ना सूक्ष्म हो जाए बंदा कि एक खिन विच अख झमकण च आ चंद्रमा छड्डो, पता नहीं किन्ने कु प्लैनट जिहड़े ने, महाराज ने जिहड़े शब्द वरते आ 9 तां कई ने, कहते सैकड़े आसमान विच ऊपर उड़ जाए बंदा, सैकड़े आसमान में शब्द वरतने, वख वख धरतियां ते घूम के आ जाए, पतालां भी चला जाए, पहाड़ां दे शिखर ते पहुंच जाए। हजूर कहते ने तू सूखम होके इस धरती तो बिना होर धरती ते जा सकना, सुसूखम होके पहाड़ां ते पहुंच सकना, तू सूखम होके कई लोकां विच घूम के आ सकना। पर मैं तेनू सच दसां, गुरु तो बिना फिर भी अंदर दी सोझी नहीं होनी। इसदा मतलब कोई अंदर दी कहानी कुछ होर है। ये सलोक है गुरु अर्जुन साहिब जी का, परमाणु परजंत आकाश है, दीप लोश है खंडन है। ये थोड़े जे अर्थ मैं जरूर कर दिया। एक शब्द है अणु, एक शब्द है परमाणु, जिहड़े वरतने असीं, छोटे तो छोटा टुकड़ा बन जाए, सूक्ष्म हो जा। परमाणु परजंत आकाश है, आकाश विच उड़ जाए। दीप लो सह खंडने, अनेकां दीपां च अनेकां लोकां से खंडने दा अर्थ है शिखर। परमाणु परजंत आकाश है, दीप लो से खंडने, गछेन नैन भरेन नानक। गछेन दर ते तुरिया, नैन भरेन नानक, अख झमकण दी देर च। राकट नूं जांदियां तां कई दिन लगदे ने ना। गुरु साहब कहते ने अख झमकण दी देर विच, एक अख दे फोर विच तू सैकड़े आसमान प्लैनट ऊपर उड़ जा। पर सतगुरु कहते ने फिर चेते रखी, गछेन नैन भरेन नानक, बिना साधु ना सिद्धयते। सच एवे कि साधु दर ते गुरु, गुरु तो बिना अंदर दी किरपा फिर भी नहीं मिलनी। मैं बेनती करांगा, बाहर दा चानन है, नॉलेज है, पर अंदर हनेरे च डुब्बा पे। बाहर दा नॉलेज इकट्ठी अज बंदियां कोल बड़ा ज्ञान जी वाह पैंदा है, क्योंकि हर बंदे दी जेब विच ज्ञान दी पोटली पई है, फोन एक दूजे नाल शेयर किया जा रहा ज्ञान। पर की जिस ज्ञान की आप गल करने आ, उस ज्ञान नाल साडे अंदर नूं कोई समझ पै रही? नॉलेज ज्ञान की समग्री इकट्ठी करनी कुछ होर चीज़ है, अंदरों प्रकाश हो जाना कुछ होर चीज़ है। जे 100 चंदा उगवे, सूरज चढ़े हजार, इते चानन खुंदियां गुरबिन घोर अंधार। महाराज के गुरबिन घोर अंधार, गुरु बिन समझ ना आवे। गुरु तो बिना हनेरा नहीं दूर हो सकता, गुरु तो बिना समझ नहीं पै सकती। अज देखो निक्के तो निक्का हुनर की सीखना होवे, वो यतन करता है किसी उस्ताद को जाके गुर सीख लवां, ते जिन्हें पार ब्रह्म परमेश्वर नाल मिलना है, कि वह गुरु तो बिना सर जाऊगा। महाराज कहते ने गुरबिन घोर अंधार सवैयां च, गुरबिन घोर अंधार, गुरु बिन समझ न आवे, गुरबिन सुरत न सिद्ध, गुरु बिन मुक्त न पावे। गुर कर सच विचार, गुरु कर रे मन मेरे, गुर कर शब्द सपुन अगन कटे सब तेरे। गुर नैन बैन गुर गुर कहो, गुरु सत
ਕਬ ਨਲ ਕਹਿ ਜਿਨ ਗੁਰੂ ਨਹੁ ਦੇਖਿਓ ਨਹਿ ਕੀਓ ਤੇ ਅਕਿਆਤ ਸੰਸਾਰ ਮੈਂ। ਥੋੜਾ ਜਿਹਾ ਨੂੰ ਮੈਂ ਬੇਨਤੀ ਕਰਦਿਆਂ, ਗੁਰੂ ਤੋਂ ਬਿਨਾ ਖਨੇਰਾ ਹੈ, ਗੁਰੂ ਤੋਂ ਬਿਨਾ ਅੰਦਰ ਦੀ ਸਮਝ ਨਹੀਂ, ਗੁਰੂ ਤੋਂ ਬਿਨਾ ਅੰਦਰ ਦੀ ਸਫਲਤਾ ਨਹੀਂ, ਗੁਰੂ ਤੋਂ ਬਿਨਾ ਇਨਸਾਨ ਨੂੰ ਪਰਮਾਤਮਾ ਦੇ ਮਾਰਗ ਦਾ ਸਮਝ ਨਹੀਂ ਪੈਂਦੀ। ਸਤਿਗੁਰੂ ਸੱਚੇ ਪਾਤਸ਼ਾਹ ਇਹੀ ਬਚਨ ਕਰਦੇ ਨੇ, ਸਭ ਤੋਂ ਉੱਤਮ ਵਿਚਾਰ ਐਵੇਂ ਤੂੰ ਗੁਰੂ ਨੂੰ ਕਰ ਲੈ। ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ। ਇਹ ਮੇਰੇ ਮਨਾ ਸਭ ਤੋਂ ਉੱਤਮ ਸ੍ਰੇਸ਼ਟ ਵਿਚਾਰ ਐਵੇਂ ਤੂੰ ਗੁਰੂ ਨੂੰ ਧਾਰਨ ਕਰ ਲੈ। ਗੁਰ ਕਰ ਸ਼ਬਦ ਸਪੁੰਨ ਅਗਨ ਕਟੈ ਸਭ ਤੇਰੇ। ਮੈਂ ਬੇਨਤੀ ਕਰਾਂਗਾ, ਸ਼ਬਦ ਦਾ ਬਲੀ ਜਿਹੜਾ ਸੂਰਬੀਰ ਬਲੀ, ਜਿਹਦੇ ਉਹ ਗੁਰੂ ਜਿਹੜਾ ਸ਼ਬਦ ਕਰਕੇ ਬਲੀ ਹੈ, ਮਹਾਨ ਹੈ, ਕਹਿੰਦੇ ਨੇ ਉਸ ਗੁਰੂ ਨੂੰ ਧਾਰਨ ਕਰ ਲੈ, ਤੇਰੇ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਣਗੇ। ਆਓ ਥੋੜਾ ਜਿਹਾ ਦੇਖੀਏ। ਮੈਂ ਕਈ ਵਾਰੀ ਸੋਚਣਾ ਇਹ ਪਵਿੱਤਰ ਸ਼ਲੋਕ ਤਾਂ ਗੁਰੂ ਅੰਗਦ ਦੇਵ ਜੀ ਦਾ ਆਪਣਾ ਨਿੱਜੀ ਜੀਵਨ ਨਾਲ ਸੰਬੰਧਿਤ ਹੈ। 28 ਸਾਲ ਦੀ ਉਮਰ ਹੈ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਆਉਂਦੇ ਨੇ ਕਰਤਾਰਪੁਰ। ਉਸ ਤੋਂ ਪਹਿਲਾਂ ਧਰਮ ਦੇ ਕਰਮ ਕਰਦੇ ਨੇ। ਕੱਲ ਮੈਂ ਤਾਂ ਸੋਚ ਰਿਹਾ ਸਾਂ, ਇਹ ਆਸਾ ਕੀ ਵਾਰ ਦੀਆਂ ਪੌੜੀਆਂ ਨੇ ਕਿ ਜਿਨ੍ਹਾਂ ਨੇ ਬਾਬੇ ਲਹਿਣੇ ਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਲੈ ਆਂਦਾ। ਇੱਕੋ ਹੀ ਪੌੜੀ ਸੁਣੀ ਕਿ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ। ਇੱਕ ਪੌੜੀ ਸੁਣੀ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆ ਪਹੁੰਚੇ। ਤੇ ਜਿਹੜੇ 28 ਸਾਲ ਇਹਨਾਂ ਦੇ ਗੁਰੂ ਕੋਲ ਆਉਣ ਤੋਂ ਪਹਿਲਾਂ ਬਤੀਤ ਹੋਏ, ਜਵਾਲਾ ਜੀ ਦੇ ਜਾਂਦੇ ਨੇ, ਪੈਰਾਂ 'ਚ ਘੁੰਗਰੂ ਬੰਨ੍ਹ ਕੇ ਨੱਚਦੇ ਨੇ, ਮਾੜਾ ਕਰਮ ਨਹੀਂ ਕੀਤਾ, ਸਭ ਕੁਝ ਹੈ, ਬਾਹਰ ਮੁਖੀ ਕਰਮ ਕਾਂਡ ਬਹੁਤ ਕੀਤੇ, ਪਰ ਅੰਦਰ ਦਾ ਸੁੱਖ ਨਹੀਂ ਸੀ ਮਿਲ ਰਿਹਾ। ਅਖੀਰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ। ਮੈਂ ਸਿਰਫ 2 ਉਦਾਹਰਨਾਂ ਗੁਰੂ ਇਤਿਹਾਸ ਵਿੱਚੋਂ ਦੇਣੀਆਂ ਚਾਹਨਾ, ਤੇ ਜਿਹੜੇ ਵਾਰ-ਵਾਰ ਇਹ ਗੱਲ ਤੇ ਜ਼ੋਰ ਦਿੰਦੇ ਨੇ, ਭਾਈ ਸਿੱਖੋ, ਆ ਪੂਜਾ ਦੇਵਤਿਆਂ ਦੀ ਬਾਹਰ ਮੁਖੀ ਕਰਮ ਕਾਂਡ, ਅੰਦਰ ਦੀ ਸੋਝੀ ਨਹੀਂ ਮਿਲਣੀ ਜਿੰਨੀ ਦੇਰ ਤੱਕ ਗੁਰੂ ਨੂੰ ਧਾਰਨ ਨਹੀਂ ਕੀਤਾ ਜਾਂਦਾ। ਆਉਂਦੇ ਨੇ ਕੋਲ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਘੋੜੇ ਦੀਆਂ ਲਗਾਮਾਂ ਪਕੜ ਕੇ ਲਿਆਉਂਦੇ ਨੇ, ਪਰ ਇਹ ਸ਼ਬਦ ਕਹਿੰਦੇ ਨੇ ਕਿ ਪੁਰਖਾ ਲੈਣਿਆ, ਤੂੰ ਇਹ ਚਿੰਤਾ ਨਾ ਕਰ ਕਿ ਅੱਜ ਮੈਂ ਪੈਦਲ ਅੱਗੇ ਤੁਰਿਆ ਤੇਰੇ ਘੋੜੇ ਦੀਆਂ ਲਗਾਮਾਂ ਪਕੜ ਕੇ। ਬਸ ਇੱਕ ਕੰਮ ਕਰ, ਤੂੰ ਅੱਜ ਮੈਨੂੰ ਘੋੜੇ ਦੀਆਂ ਲਗਾਮਾਂ ਪਕੜਾਈਆਂ, ਘੋੜੇ ਦੀ ਲਗਾਮ ਪਕੜਾ ਦੇਣੀ ਆਪਣੇ ਆਪ ਨੂੰ ਇੱਕ ਸਮਰਪਣ ਕਰਨ ਦਾ ਪਹਿਲਾ ਕਦਮ ਸੀ। ਤੁਸੀਂ ਘੋੜੇ ਦੀ ਲਗਾਮ ਪੜਾਈ, ਅੱਜ ਮਿਲਿਆ ਕੀ? ਨਿਮਰਤਾ ਸਹਿਤ ਕਹਿਣ ਲੱਗੇ, ਘੋੜੇ ਦੀ ਲਗਾਮ ਪਕੜਾਈ ਤੇ ਗੁਰੂ ਨਾਨਕ ਸਾਹਿਬ ਮਿਲੇ, ਘੋੜੇ ਦੀ ਲਗਾਮ ਪਕੜਾਈ ਤੇ ਕਰਤਾਰਪੁਰ ਮਿਲਿਆ। ਸਤਿਗੁਰੂ ਕਹਿੰਦੇ ਨੇ ਇੱਕ ਕੰਮ ਕਰ, ਅੱਜ ਤੋਂ ਬਾਅਦ ਮਨ ਵੀ ਘੋੜੇ ਦੀ ਤਰ੍ਹਾਂ ਹੀ, ਇਹ ਵੀ ਅਵੈੜਾ ਹੈ। ਬਾਹਰੋਂ ਚੰਚਲ ਘੋੜੇ ਦੀ ਲਗਾਮ ਪਕੜਾਈ ਤੇ ਕਰਤਾਰਪੁਰ ਮਿਲ ਗਿਆ। ਅੱਜ ਤੋਂ ਬਾਅਦ ਲੈਣਿਆ ਆਪਣੇ ਮਨ ਦੀਆਂ ਲਗਾਮਾਂ ਪਕੜਾ ਦੇ, ਮੈਂ ਤੈਨੂੰ ਕਰਤਾਰ ਮਿਲਾ ਦੇਵਾਂਗਾ, ਪਰਮਾਤਮਾ ਵਿੱਚ ਮਿਲਾ ਦੇਵਾਂਗਾ। ਪਿਆਰਿਓ, ਇਹ ਗੁਰੂ, ਇਹਨੂੰ ਹੰਕਾਰ 'ਚ ਨਹੀਂ ਲਿਜਾਣਾ। ਮਾਣ ਸ਼ਬਦ ਆਪਣੇ ਗੁਰੂ ਤੇ ਮਾਣ ਕਰਕੇ ਕਹਿਣਾ ਕੁਝ ਹੋਰ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਤੱਤ ਕਿਹਾ ਕਿ ਪਿਆਰਿਓ, ਗੁਰੂ ਤੋਂ ਬਿਨਾਂ ਗਿਆਨ ਨਹੀਂ। ਇਸੇ ਕਰਕੇ ਸਤਿਗੁਰੂ ਦਾ ਇੱਕ ਸ਼ਲੋਕ ਜਦੋਂ ਅੱਗੇ ਆਵੇਗਾ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਅਮਰਦਾਸ ਨੇ ਸਿਰਫ ਟਿਊਕ ਮਾਤਰ, ਗੁਰੂ ਅਮਰਦਾਸ ਮਹਾਰਾਜ ਜੀ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕਿੰਨੇ ਸਾਲ ਬਤੀਤ ਕੀਤੇ ਨੇ? 60ਵਿਆਂ ਤੱਕ ਹੋ ਗਏ ਨੇ ਜਦੋਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਆਏ ਨੇ। ਬੜੀ ਸਾਧਨਾ ਉਹਨਾਂ ਦੀ ਕਠਨ ਸੀ। ਉਹ 6 ਮਹੀਨੇ ਤਕਰੀਬਨ ਯਾਤਰਾ 'ਚ ਰਹਿੰਦੇ ਸਨ। ਹੁਣ ਜਿਹੜੇ ਲੋਕ ਕਈ ਵਾਰੀ ਕਹਿ ਦਿੰਦੇ ਨਾ ਜੀ ਉਹ ਕਿਵੇਂ ਗਾਗਰ ਚੁੱਕ ਲੈਂਦੇ ਸਨ, ਇਸ ਉਮਰ ਵਿੱਚ ਇਹ ਕਿਵੇਂ ਹੋ ਜਾਂਦਾ ਸੀ। ਪਿਆਰਿਓ, ਰੂਹਾਨੀਅਤ ਦੇ ਸੰਬੰਧ ਵਿੱਚ ਕਿਵੇਂ ਤੇ ਕਿਉਂ ਨਾ ਕਰੀਏ। ਜੇ 6-6 ਮਹੀਨੇ ਲਗਾਤਾਰ ਉਹ ਪੈਦਲ ਤੁਰਦੇ ਯਾਤਰਾ ਕਰਦੇ ਨੇ, ਉਹਨਾਂ ਦਾ ਸਰੀਰ ਸਾਡੇ ਵਰਗਾ ਥੋੜਾ ਸੀ ਸੁੱਖ ਹੰਢਾਣਾ ਵੀ ਲੰਗਰ ਰੱਜ ਕੇ ਛਕ ਲਿਆ ਤੇ ਘਰਾੜੇ ਮਾਰੇ
ਨਿਤ ਨੇ ਵੀ ਜਪਜੀ ਸਾਹਿਬ ਕਿਸ਼ਤਾਂ 'ਚ ਕੀਤਾ ਤੇ ਮਗਰੋਂ ਕਹੇ ਇਹ ਕਿਵੇਂ ਹੋ ਸਕਦਾ? ਚੇਤੇ ਰੱਖੀ, ਤੇਰੇ ਤੋਂ ਨਹੀਂ ਹੋ ਸਕਦਾ, ਤੂੰ ਆਲਸੀ ਹੈ। ਤੇਰੇ ਤੋਂ ਨਹੀਂ ਹੋ ਸਕਦਾ, ਤੂੰ ਗੁਰੂ ਤੇ ਭਰੋਸਾ ਨਹੀਂ ਕਰ ਰਿਹਾ। ਉਸ ਬਜ਼ੁਰਗ ਮਹਾਂਪੁਰਖ ਨੇ 19 ਸਾਲ ਤੀਰਥਾਂ ਤੇ ਗਏ, 12 ਸਾਲ ਉਹਨਾਂ ਗਾਗਰ ਢੋਈ, ਪਰ ਉਹਨਾਂ ਨੂੰ ਪੁੱਛ ਕੇ ਦੇਖੋ, ਇਹ ਗੱਲ ਕਹਿੰਦੇ ਨੇ ਸੱਚ ਇਹ ਵੇ ਦੁਨੀਆ ਦੇ ਲੋਗੋ, ਜਿੰਨੇ ਮਰਜੀ ਕਰਮ ਕਰ ਲੋ, ਜਿੰਨੇ ਮਰਜੀ ਬਾਹਰ ਮੁਖੀ ਤੁਸੀਂ ਧਰਮ ਕਮਾ ਲੋ, ਜਿੰਨੀ ਦੇਰ ਤੱਕ ਗੁਰੂ ਕੋਲ ਨਹੀਂ ਜਾਇਆ ਜਾਂਦਾ ਉਨੀ ਦੇਰ ਤੱਕ ਅੰਦਰ ਦਾ ਚਾਨਣ ਨਹੀਂ। ਇੱਥੋਂ ਤੱਕ ਸ਼ਬਦ ਕਹਿ ਦਿੱਤਾ। ਆਨੰਦ ਸਾਹਿਬ ਅਸੀਂ ਪੜ੍ਹਨੇ ਕਿ ਜਿਹੜਾ ਬੰਦਾ ਗੁਰੂ ਤੋਂ ਬੇਮੁਖ ਹੋ ਜਾਏ, ਅਨੇਕਾਂ ਜੂਨਾਂ ਵਿੱਚ ਭਟਕਦਾ ਰਹੇ, ਉਹਦਾ ਤਾਂ ਹੀ ਭਲਾ ਹੋਵੇਗਾ ਜੇ ਦੁਬਾਰਾ ਗੁਰੂ ਦਾ ਸ਼ਬਦ ਸੁਣੇਗਾ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ। ਮਹਾਰਾਜ ਕਹਿੰਦੇ ਵਿਵੇਕੀਆਂ ਨੂੰ, ਗਿਆਨਵਾਨਾਂ ਨੂੰ ਪੁੱਛੋ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ। ਗੁਰੂ ਤੋਂ ਬਿਨਾ ਨਹੀਂ ਪਾਰ ਉਤਾਰਾ ਹੋਣਾ, ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਤੋਂ ਬਿਨਾ ਮੁਕਤੀ ਨਹੀਂ। ਹੁਣ ਮੈਂ ਇੱਥੇ ਬੇਨਤੀ ਕਰਾਂ, ਇੱਕ ਸ਼ਬਦ ਅਸੀਂ ਉਹ ਪੜ੍ਹ ਲੈਂਦੇ ਹਾਂ ਜੋ ਗੁਰੂ ਅਮਰਦਾਸ ਨੇ ਸੁਣਿਆ। ਮੈਂ ਸਾਖੀ 'ਚ ਨਹੀਂ, ਮੈਂ ਤਾਂ ਬੇਨਤੀ ਕੀਤੀ ਵੀ ਗੁਰੂ ਇਤਿਹਾਸ ਵਿੱਚ 2 ਗੁਰੂ ਸਾਹਿਬਾਨ ਖਾਸ ਕਰਕੇ, ਗੁਰੂ ਅੰਗਦ ਦੇਵ ਤੇ ਧੰਨ ਗੁਰੂ ਅਮਰਦਾਸ, ਗੁਰੂ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਦੇਖੋ। ਤੀਰਥ ਇਸ਼ਨਾਨ ਨੇ ਦੇਵ ਪੂਜਾ ਹੈ, ਪਰ ਜਿਸ ਵਕਤ ਗੁਰੂ ਸ਼ਰਨ 'ਚ ਆਉਂਦੇ ਨੇ, ਗੁਰੂ ਸਾਹਿਬ ਬਖਸ਼ਿਸ਼ ਵਰਤਾਉਂਦੇ ਨੇ। ਇੱਕ ਸ਼ਬਦ ਸੁਣਿਆ ਸੀ ਕਿ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪੈ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਜਾਲੀ ਰਹਿਣ ਜਾਲ ਦਿਨ ਹੁਆ ਜੇਤੀ, ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਂਸੈ, ਛੂਟ ਸਮੂੜੇ ਕਵਣ ਗੁਣੀ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਲਈ ਰਹੀ, ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ, ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰੂ ਮਿਲੈ ਤਨੇਖਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਖਾਂ। ਥੋੜੇ ਜਿਹੇ ਮੈਂ ਇਹਦੇ ਅੱਖਰੀ ਅਰਥ ਕਰ ਦੇਣਾ, ਕਿਉਂਕਿ ਇਹ ਸ਼ਬਦ ਸੁਣ ਕੇ ਬਾਬਾ ਅਮਰਦਾਸ ਗੁਰੂ ਦਰਬਾਰ 'ਚ ਆਏ ਸਨ। ਇਹ ਵੀ ਇੱਕ ਵਾਰੀ ਅਰਜ਼ ਕੀਤੀ ਸੀ। ਹਾਲਾਂਕਿ ਸ਼ਬਦ ਗੁਰੂ ਅੰਗਦ ਦੇਵ ਜੀ ਦੀ ਬੇਟੀ ਪੜ੍ਹ ਰਹੀ ਸੀ। ਸਾਡਾ ਸਾਰਾ ਇਤਿਹਾਸ ਕਹਿੰਦਾ ਵੀ ਇਹ ਮਾਰੂ ਰਾਗ ਦਾ ਸ਼ਬਦ ਹੈ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਕਰਨੀ ਕਾਗਦ ਮਨ ਵਿਸਵਾਣੀ। ਜਦੋਂ ਇਹ ਇਤਿਹਾਸ 'ਚੋਂ ਮੈਂ ਸ਼ਬਦ ਪੜ੍ਹਿਆ ਤੇ ਮੇਰੇ ਮਨ 'ਚ ਆਉਂਦਾ ਇਹਦਾ ਮਤਲਬ ਕਿ ਜਿਹੜੀ ਸਿੱਖਾਂ ਨੂੰ ਬਾਣੀ ਚੇਤੇ ਹੁੰਦੀ ਸੀ, ਨੇਮ ਨਾਲ ਉਸ ਬਾਣੀ ਦਾ ਰੋਜ਼ ਹੀ ਪਾਠ ਕਰ ਲੈਂਦੇ ਸਨ, ਭਾਵੇਂ ਉਹ ਕਿ ਸ਼ਬਦ ਹੀ ਹੋਵੇ। ਇਹ ਨਾ ਤਾਂ ਨਿਤਨੇਮ ਦੀ ਬਾਣੀ 'ਚ ਉਸ ਵੇਲੇ ਮਾਰੂ ਰਾਗ ਦਾ ਸ਼ਬਦ ਹੈ, ਤੇ ਬੀਬੀ ਅਮਰੋ ਪੜ੍ਹਦੀ ਅੰਮ੍ਰਿਤ ਵੇਲੇ ਪਈ। ਇਤਿਹਾਸ ਨੇ ਕਿਹਾ ਵੀ ਇਹ ਸ਼ਬਦ ਹੀ ਸੁਣਿਆ। ਇਹਦਾ ਮਤਲਬ ਕਿ ਬੀਬੀ ਜੀ ਜਪ ਪੂਰਾ ਕਰਨ ਤੋਂ ਬਾਅਦ ਜਿੰਨੇ ਸ਼ਬਦ ਪਿਤਾ ਜੀ ਨੇ ਚੇਤੇ ਕਰਾਏ ਸਨ, ਉਹ ਸ਼ਬਦਾਂ ਦਾ ਪਾਠ ਰੋਜ਼ ਬੀਬੀ ਜੀ ਕਰਦੇ ਸਨ। ਕੀ ਵਿਗੜਦਾ ਪਿਆਰਿਓ? ਇਹਦੇ ਨਾਲ ਭਲਾ ਹੀ ਹੋਣਾ ਹੈ। ਜੇ ਮੰਨ ਲਓ ਇਸ਼ਨਾਨ ਕਰ ਰਹੇ ਆਪਾਂ, ਰਾਮਕਲੀ ਕੀ ਵਾਰ ਚੇਤੇ ਉਹ ਪੜੋ, ਬਸੰਤ ਕੀ ਵਾਰ ਦੀਆਂ 3 ਪੌੜੀਆਂ ਨੇ ਉਹ ਚੇਤੇ ਕਰ ਲਓ, ਸ਼ਬਦ ਚੇਤੇ, ਬੇਨਤੀਆਂ ਦੇ ਸ਼ਬਦ ਪੜ੍ਹੀ ਜਾਓ। ਇਹ ਇਸ ਨਾਲ ਭਲਾ ਹੋਵੇਗਾ। ਇੱਕ ਵਾਰ ਕੇ ਸੱਜਣ ਨੇ ਕਿਹਾ ਸੀ ਇਹ ਕਿਵੇਂ ਹੋ ਸਕਦਾ? ਮੈਂ ਤਾਂ ਸਿਰਫ ਇੱਕੋ ਬੇਨਤੀ ਕੀਤੀ ਸੀ, ਭਲਿਓ ਇੱਕ ਪੱਥਰ ਉੱਤੇ ਲਗਾਤਾਰ ਚੰਦਨ ਨੂੰ ਰਗੜੀ ਜਾਓ, ਨਿਰੰਤਰ ਚੰਦਨ ਨੂੰ ਰਗੜੀ ਜਾਓ, ਤੇ ਉਸ ਪੱਥਰ ਵਿੱਚ ਵੀ ਚੰਦਨ ਦੀ ਸੁਗੰਧੀ ਆਉਣ ਲੱਗ ਪੈਂਦੀ ਏ। ਜਿਸ ਮਨ ਤੇ ਜਿਸ ਸਰੀਰ ਤੇ ਰੋਜ਼ ਸ਼ਬਦ ਗਾਇਨ ਕੀਤਾ ਜਾਂਦਾ, ਪੜ੍ਹਿਆ ਜਾਂਦਾ ਹੈ, ਉਸ ਸਰੀਰ ਵਿੱਚੋਂ ਸ਼ਬਦ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ। ਵਿਅਰਥਤਾ ਨਹੀਂ ਨਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਇਹ ਸ਼ਬਦ ਉਹਨਾਂ ਨੇ ਸੁਣਿਆ, ਇਹਦਾ ਮਤਲਬ ਕਿ ਸ਼ਬਦ ਨਿਤਨੇਮ ਤੋਂ ਇਲਾਵਾ ਹੋਰ ਵੀ ਪੜ੍ਹੇ ਜਾਂਦੇ ਸਨ। ਇਹ ਸ਼ਬਦ ਦੇ ਅਰਥ ਬੜੇ ਸਰਲ ਨੇ। ਜਿਹੜਾ ਅਸੀਂ ਰੋਜ਼ ਕਰਮ ਕਰਨੇ ਆ,
ਕਰਨੀ ਦਾ ਅਰਥ ਹੈ ਜੋ ਅਸੀਂ ਕਰਤੂਤਾ, ਕਰਤੂਤ ਦਾ ਅਰਥ ਮਾੜਾ ਸ਼ਬਦ ਨਾ ਵਰਤਿਓ, ਕਰਤੂਤ ਦਾ ਅਰਥ ਵੀ ਕੰਮ ਹੁੰਦਾ। ਜਿਹੜੇ ਅਸੀਂ ਰੋਜ਼ ਕਰਮ ਕਰ ਰਹੇ ਹਾਂ, ਕਰਨੀ ਨਾਮ ਹੈ, ਇਹ ਮਾਨੋ ਕਾਗਜ਼ ਦੀ ਤਰ੍ਹਾਂ ਨੇ। ਮਨ ਜਿਹੜਾ ਹੈ ਇਹ ਸ਼ਾਹੀ ਦੀ ਦਿਵਾਤ ਹੈ, ਤੇ ਸਾਡੀ ਚਿਤਵਨੀ ਕਰਕੇ ਸਾਡੀ ਕਰਨੀ ਦੇ ਕਾਗਜ਼ ਉੱਤੇ ਜਾਂ ਤਾਂ ਰੋਜ਼ ਚੰਗਾ ਲਿਖਿਆ ਜਾ ਰਿਹਾ ਜਾਂ ਮੰਦਾ ਲਿਖਿਆ ਜਾ ਰਿਹਾ। ਇਹ ਅਸੀਂ ਕਰਨੇ ਆ। ਕਰਨੀ ਕਾਗਜ਼, ਮਨ ਮਸਵਾਣੀ, ਤੇਰਾ ਕਰੈਕਟਰ, ਤੇਰਾ ਆਚਰਨ ਕਾਗਜ਼ ਹੈ, ਮਨ ਤੇਰਾ ਸ਼ਾਹੀ ਦੀ ਦਵਾਤ ਹੈ। ਚੇਤੇ ਰੱਖਿਓ, ਸ਼ਾਹੀ ਦੀ ਦਵਾਤ ਭਰੀ ਹੋਵੇ ਤੇ ਉਹਦੇ ਨਾਲ ਲੇਖ ਲਿਖੇ ਜਾਂਦੇ ਨੇ। ਜੋ ਕੋਈ ਤੇਰੇ ਮਨ ਦੇ ਫੁਰਨੇ ਨੇ ਉਹੀ ਤੇਰੇ ਜੀਵਨ ਦੇ ਕਾਗਜ਼ ਤੇ ਲਿਖਿਆ ਜਾਣਾ ਹੈ, ਚੰਗੇ ਕਿ ਮੰਦੇ। ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪੈ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ। ਪਰਮਾਤਮਾ ਜਿਵੇਂ ਜਿਵੇਂ ਤੂੰ ਕਿਸੇ ਬੰਦੇ ਨੂੰ ਕਰਮ ਕਰਤੂਤ ਦੇਣਾ, ਉਸੇ ਤਰ੍ਹਾਂ ਬੰਦਾ ਚੱਲ ਰਿਹਾ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤਉ ਗੁਣ ਨਾਹੀ ਅੰਤ ਖਰੇ। ਮੇਰੇ ਪਰਮਾਤਮਾ ਤੇਰੇ ਗੁਣਾਂ ਦਾ ਅੰਤ ਨਹੀਂ। ਮਹਾਰਾਜ ਕਹਿੰਦੇ ਚਿਤ ਚੇਤਸ ਕੀ ਨਹੀਂ ਬਾਵਰਿਆ, ਮੈਂ ਸਿਰਫ ਆਉਣਾ ਪਰ ਕਰਨ ਤੇ ਨਿਕਲਿਆ ਨਹੀਂ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੁਰ ਅੰਧਾਰ। ਚਿਤ ਚੇਤਸ ਕੀ ਨਹੀਂ ਬਾਵਰਿਆ, ਉਹ ਬਾਵਲੇ, ਉਹ ਝੱਲੇ ਕਮਲਿਆ ਕਿਉਂ ਨਹੀਂ ਪਰਮਾਤਮਾ ਨੂੰ ਚੇਤੇ ਕਰਦਾ। ਹਰ ਬਿਸਰਤ ਤੇਰੇ ਗੁਣ ਗਲਿਆ। ਜਿੰਨਾ ਤੂੰ ਪਰਮਾਤਮਾ ਨੂੰ ਭੁਲਾਵੇਂਗਾ ਉਹਨੇ ਤੇਰੇ ਗੁਣ ਇਸ ਤਰ੍ਹਾਂ ਖਤਮ ਹੋ ਜਾਣ। ਪੁੰਨ ਕਰਮ ਕੀਤੇ ਕਰਕੇ ਗੁਣ ਹੁੰਦੇ ਨੇ। ਮੈਂ ਫਿਰ ਬੇਨਤੀ ਕਰਾਂ, ਵੈਸੇ ਗੁਰੂ ਅਰਜੁਨ ਦੇਵ ਜੀ ਨੇ, ਮੰਨ ਲਓ ਇੱਕ ਬੰਦਾ ਬਾਣੀ ਪੜ੍ਹ ਰਿਹਾ, ਸਿਮਰਨ ਕਰਦਾ, ਸੇਵਾ ਕਰਦਾ, ਐਸਤਾ ਨਾ ਉਹ ਸੁੱਕਣ ਲੱਗ ਪੈਂਦਾ, ਖੁਸ਼ਕ ਜਿਹਾ ਹੋ ਜਾਂਦਾ, ਅੱਗੇ ਵਾਲਾ ਚਾਹ ਵੀ ਨਹੀਂ ਰਹਿੰਦਾ, ਮਰਿਆ ਮਰਿਆ ਜਾਂ ਤੁਰਿਆ ਫਿਰਦਾ। ਤੇ ਉਹ ਫਿਰ ਪੁੱਛਦਾ ਵੀ ਹੋ ਕੀ ਗਿਆ। ਪਹਿਲਾਂ ਬੜਾ ਆਨੰਦ ਸੀ, ਪਹਿਲਾਂ ਬੜਾ ਰਸ ਸੀ। ਗੁਰੂ ਅਰਜੁਨ ਸਾਹਿਬ ਕਹਿੰਦੇ ਦੇ ਸਿਰਫ 3 ਕਾਰਨ ਨੇ। ਪਹਿਲਾ ਕਾਰਨ ਇਹ ਵੀ ਤੇਰੀਆਂ ਅੱਖਾਂ ਠੀਕ ਨਹੀਂ ਦੇਖਦੀਆਂ। ਦੂਜਾ ਕਾਰਨ ਤੇਰੇ ਕੰਨ ਸਹੀ ਨਹੀਂ ਸੁਣਦੇ। ਤੀਜਾ ਕਾਰਨ ਤੇਰੀ ਜ਼ਬਾਨ ਜਿਹੜੀ ਹੈ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦੀ। 3 ਕਾਰਨ ਮਹਾਰਾਜ ਜੀ ਨੇ ਕਹੇ ਨੇ ਜੀ। ਅੰਦਰ ਦੀ ਅਵਸਥਾ ਡਿੱਗਣ ਦੇ, ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟਿਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟਿਆ। ਪਿਆਰਿਓ ਵਾਧਾ ਥੋੜਾ, ਦਿਨ ਬ ਦਿਨ ਘਟੀ ਜਾਂਦਾ ਬੰਦਾ। ਮਹਾਰਾਜ ਕਹਿੰਦੇ ਨੇ ਤੂੰ ਕਿਉਂ ਨਹੀਂ ਚੇਤੇ ਕਰਦਾ, ਤੇਰੇ ਗੁਣ ਸੜ ਗਏ, ਗਲ ਗਏ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਜਾਲੀ ਰਹਿਣ ਜਾਲ ਦਿਨ ਹੋਆ, ਆ ਰਾਤ ਤੇਰੇ ਵਾਸਤੇ ਜਾਲੀ ਬਣੀ ਪਈ ਹੈ, ਦਿਨ ਵਾ ਤੇਰੇ ਵਾਸਤੇ ਜਾਲ ਬਣਿਆ ਪਿਆ। ਫਿਰ ਗੱਲ ਧਿਆਨ ਨਾਲ ਸੁਣਿਓ, ਕਈ ਵਾਰੀ ਵੱਡੇ ਜਾਲ ਵਿੱਚ ਵੱਡੇ ਪੰਛੀ ਫਸਦੇ ਨੇ, ਨਿੱਕੇ ਨਿਕਲ ਜਾਂਦੇ ਨੇ। ਫਿਰ ਕਹਿੰਦੇ ਨੇ ਜਾਲੀਆਂ ਵੀ ਲੈ ਚੱਲੋ, ਨਿੱਕੇ ਤਿੱਤਰ ਬਟੇਰੇ ਵੀ ਕਾਬੂ ਆ ਜਾਣਗੇ। ਕਈ ਸਥੂਲ ਫੁਰਨੇ ਨੇ ਜਿਨ੍ਹਾਂ ਵਿੱਚ ਬੰਦਾ ਫਸਿਆ ਰਹਿੰਦਾ ਹੈ, ਤੇ ਕਈ ਜਾਲੀਆਂ ਸੂਖਸ਼ਮ ਫੁਰਨੇ ਬਣ ਜਾਂਦੀਆਂ ਨੇ ਜਿਹੜੀ ਅੰਦਰ ਨੂੰ ਘੇਰ ਕੇ ਰੱਖਦੀਆਂ। ਦਿਨ ਤੇ ਰਾਤ ਜਾਲ ਤੇ ਜਾਲੀ ਹੈ, ਜਾਲੀ ਰਹਿਣ ਜਾਲ ਦਿਨ ਹੋਵਾ, ਜੇਤੀ ਘੜੀ ਫਾਈ ਥੇਤੀ, ਜਿੰਨੀਆਂ ਘੜੀਆਂ ਲੰਘੀਆਂ ਤੂੰ ਫਸ ਹੀ ਗਿਆ। ਰਸ ਰਸ ਚੋਗ ਚੁਗੈ ਨਿਤ ਫਾਂਸੈ, ਸਵਾਦ ਲੈ ਲੈ ਕੇ ਚੁਗਨੇ। ਵੇਖੋ ਇਹਨੂੰ ਸੁਣਿਓ, ਇੱਕ ਪੰਛੀ ਜਿਹੜਾ ਨਾ ਬੜਾ ਸਿਆਣਾ ਹੋਵੇ, ਉਹ ਦਾਣੇ ਦਾ ਕਿੰਨਾ ਸਵਾਦ ਲੈਂਦਾ ਹੈ। ਉਹ ਇੰਨਾ ਰਸ ਲੈਂਦਾ ਦਾਣੇ ਦਾ, ਉਹਨੂੰ ਭੁੱਲ ਹੀ ਜਾਂਦਾ ਮੇਰੇ ਉੱਤੇ ਕੋਈ ਜਾਲ ਸੁੱਟਣ ਵਾਲਾ। ਇਹ ਫਿਰ ਥੋੜਾ ਧਿਆਨ ਨਾਲ ਸੁਣਿਓ। ਇਹ ਮੰਨ ਲਓ ਇੱਕ ਪੰਛੀ ਰੁੱਖ ਤੇ ਬੈਠਾ, ਥੋੜੀ ਜਿਹੀ ਆਹਟ ਹੋਵੇ ਉੱਡ ਜਾਂਦਾ ਹੈ ਨਾ, ਪੈਰਾਂ ਦੀ ਕਿਤੇ ਆਵਾਜ਼ ਸੁਣੇ ਉੱਡ ਜਾਂਦਾ। ਪਰ ਜਦੋਂ ਦਾਣਾ ਪਾਇਆ ਜਾਂਦਾ ਹੈ, ਜਿਹੜਾ ਪੰਛੀ ਇੰਨਾ ਸੂਖਸ਼ਮ ਸਾਊਂਡ ਨੂੰ ਸੁਣਦਾ ਉੱਡ ਜਾਂਦਾ ਹੈ, ਜਦੋਂ ਦਾਣਾ ਪਾਇਆ ਜਾਂਦਾ ਉਹ ਇੰਨਾ ਕੁ ਦਾਣੇ ਵਿੱਚ ਮਸਤ ਹੋ ਜਾਂਦਾ ਹੈ, ਉਹਨੂੰ ਆਹਟ ਸੁਣਨੀ ਵੀ ਬੰਦ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ ਉਹਨੂੰ ਜਾਲ ਪਾਇਆ ਜਾਂਦਾ ਹੈ। ਹਰ ਸਵਾਦ ਜਿਹੜਾ ਹੈ ਉਹ ਸੁੱਖ ਨਹੀਂ ਹੋ ਸਕਦਾ, ਹਰ ਸਵਾਦ ਦੇ ਪਿੱਛੇ ਕੋਈ ਜਾਲ ਬੁਣਿਆ ਜਾ ਰਿਹਾ ਹੈ। ਅਸੀਂ ਰਸ ਲੈ ਲੈ ਕੇ ਭੋਗਨੇ ਪਏ ਹਾਂ।
ਭੁੱਲਿਆ ਪਿਆ ਸਾਨੂੰ ਸਭ ਕੁਝ। ਪਰ ਇੰਨਾ ਪਤਾ ਨਹੀਂ ਮੇਰੇ ਉੱਤੇ ਜਾਲ ਪੈ ਰਿਹਾ ਹੈ, ਜਾਲੀਆਂ ਪੈ ਰਹੀਆਂ ਨੇ। ਜਾਲੀ ਰਹਿਣ ਜਾਲ ਦਿਨ ਹੋਵਾ ਜੇਤੀ, ਘੜੀ ਫਾਈ ਥੇਤੀ, ਰਸ ਰਸ ਚੋਗ ਚੁਗਾ ਨਿਤ ਫਾਂਸੈ। ਸਵਾਦ ਲੈ ਲੈ ਕੇ ਚੁਗਣਾ ਪਿਆ, ਪਰ ਤੇਰੇ ਜਾਲ ਪੈਣ ਵਾਲਾ ਹੀ। ਜਿੰਨਾ ਤੂੰ ਸਵਾਦਾਂ ਵਿੱਚ ਮਸਤ, ਤੈਨੂੰ ਭੁੱਲ ਹੀ ਗਿਆ ਮੈਨੂੰ ਕੋਈ ਪਿੱਛੋਂ ਪਕੜਨ ਵਾਲਾ। ਰਸ ਰਸ ਚੋਗ ਚੁਗਾ ਨਿਤ ਫਾਂਸੈ, ਛੂਟ ਸਮੂੜੇ ਕਵਣ ਗੁਣੀ ਮੂਰਖਾ, ਕਿਵੇਂ ਛੁੱਟੇਗਾ। ਅੱਗੇ ਮਹਾਰਾਜ ਕਹਿੰਦੇ ਨੇ ਕਿ ਕਾਇਆ ਆਰਨ, ਮੈਂ ਉੱਥੇ ਹੀ ਆਉਣਾ, ਗੁਰਬਿਨ ਗਿਆਨ ਨਾ ਹੋਏ। ਸਾਡਾ ਸਰੀਰ ਇੱਕ ਭੱਠੀ, ਮਨ ਇਹਦੇ ਵਿੱਚ ਲੋਹੇ ਦੀ ਤਰ੍ਹਾਂ ਤਪਦਾ ਪਿਆ। ਕਦੀ ਕਾਮ ਦਾ ਸੇਕ ਲੱਗਦਾ, ਕਦੀ ਕ੍ਰੋਧ ਦਾ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ। ਮਨ ਸੜ ਗਿਆ, ਚਿੰਤਾ ਦੀ ਸੰਨੀ ਨੇ ਕੋਈ ਪਾਸਾ ਸੜਨ ਤੋਂ ਬਿਨਾਂ ਰਹਿਣ ਨਹੀਂ ਦਿੱਤਾ। ਫਿਰ ਹੁਣ ਸਤਿਗੁਰੂ ਕਿਵੇਂ ਬਚ ਸਕਦਾ ਹੈ? ਕਹਿਣ ਲੱਗੇ ਇੱਕ ਤਰੀਕਾ ਹੈ, ਜੇ ਗੁਰੂ ਮਿਲ ਜਾਏ ਤਾਂ। ਮਹਾਰਾਜ ਇਹ ਤਾਂ ਨਿਕੰਮਾ ਹੋ ਚੁੱਕਾ, ਮਨ ਸੜ ਚੁੱਕਾ, ਮਨੂਰਖ, ਇਹਦੇ ਅੰਦਰ ਕੋਈ ਸਮਰੱਥਾ ਹੀ ਨਹੀਂ। ਅੱਗੋਂ ਉੱਤਰ ਮਿਲਿਆ, ਹਾਂ ਇਹ ਸੜਿਆਂ ਹੋਇਆਂ ਦਾ ਇਲਾਜ ਹੈ, ਨਿਕੰਮਿਆਂ ਦਾ ਇਲਾਜ ਹੈ, ਡਿੱਗਿਆਂ ਹੋਇਆਂ ਦਾ ਇਲਾਜ ਹੈ, ਧੱਕਿਆਂ ਹੋਇਆਂ ਦਾ ਇਲਾਜ ਹੈ। ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੇ ਸੜ ਚੁੱਕੇ ਮਨ ਨੂੰ ਕਿਤੇ ਗੁਰੂ ਮਿਲ ਪਵੇ, ਗੁਰੂ ਕੋਲ ਤਾਕਤ ਹੈ, ਉਹ ਅੰਮ੍ਰਿਤ ਦ੍ਰਿਸ਼ਟੀ ਕਰਨ ਤਾਂ ਉਹ ਮਨੂਰ ਨੂੰ ਵੀ ਸ਼ੁੱਧ ਸੋਨਾ ਬਣਾ ਦਿੰਦੇ। ਇਹਦਾ ਭਾਵ ਇਹ ਵੇ ਕਿ ਗੁਰੂ ਹੀ ਅੰਦਰ ਦੇ ਸਾੜੇ ਨੂੰ ਸ਼ੁੱਧਤਾ ਵਿੱਚ ਬਦਲ ਸਕਦਾ ਹੈ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਖਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਖਾ। ਗੁਰੂ ਅੰਗਦ ਦੇਵ ਜੀ ਦੀ ਜ਼ਿੰਦਗੀ ਦਾ ਤਜਰਬਾ ਹੈ, ਗੁਰੂ ਅਮਰਦਾਸ ਜੀ ਦਾ ਤਜਰਬਾ ਹੈ। ਤਾਂ ਹੀ ਗੁਰੂ ਅੰਗਦ ਦੇਵ ਹੋਕਾ ਦੇ ਕੇ ਕਹਿ ਰਹੇ ਨੇ, ਤੇਰੇ ਕੋਲ ਬਾਹਰ ਦੀ ਸਾਇੰਸ ਹੋ ਸਕਦੀ ਹੈ, ਤੇਰੇ ਕੋਲ ਬਾਹਰ ਦਾ ਗਿਆਨ ਹੋ ਸਕਦਾ ਹੈ, ਤੇਰੇ ਕੋਲ ਬਾਹਰ ਦਾ ਬਹੁਤ ਕੋਈ ਜਾਣਕਾਰੀ ਹੋ ਸਕਦੀ ਹੈ, ਪਰ ਅੰਦਰ ਦਾ ਚਾਨਣ ਨਹੀਂ ਹੋ ਸਕਦਾ। ਤੁਸੀਂ ਦੇਖੋਗੇ ਕਈ ਵਾਰੀ ਬੰਦਾ ਇਹਨੂੰ ਨਿੰਦਿਆ ਚ ਨਹੀਂ ਜਾਣਾ, ਵਾਹਿਗੁਰੂ ਜੀ ਬਹੁਤ ਕੁਝ ਬਾਹਰ ਦਾ ਗਿਆਨ ਹੈ, ਪਰ ਅੰਦਰ ਦੀ ਸਮਝ ਕੋਈ ਨਹੀਂ। ਇਹਨੂੰ ਮੈਂ ਇਸ ਤਰ੍ਹਾਂ ਕਹਿ ਦੇਣਾ ਹੁੰਨਾ ਕਿ ਮੰਨ ਲਓ ਕਿ ਇੱਕ ਦੀਵੇ ਦਾ ਪੋਸਟਰ ਤੇ ਇੱਕ ਬਲਦਾ ਹੋਇਆ ਦੀਵਾ, ਬਸ ਇਹ ਹੈ ਨੌਲੇਜ ਤੇ ਤਤ ਗਿਆਨ। ਹੁਣ ਜਿਹੜਾ ਪੋਸਟਰ ਹੈ, ਫੋਟੋ ਹੈ ਦੀਵੇ ਦੀ, ਉਹ ਮਗ ਰਿਹਾ ਦੀਵਾ ਫੋਟੋ ਵਿੱਚ। ਤਸਵੀਰ ਹੈ ਬਲਦੇ ਹੋਏ ਦੀਵੇ ਦੀ, ਉਹ ਰੋਸ਼ਨੀ ਬਖੇਰਦਾ ਦਿਸ ਰਿਹਾ। ਪੋਸਟਰ ਉੱਤੇ ਚਾਰ ਚੁਫੇਰੇ ਚਾਨਣ ਵੀ ਬਣਿਆ। ਮੈਨੂੰ ਦੱਸੋ ਕਿ ਬਲਦੇ ਹੋਏ ਦੀਵੇ ਦਾ ਪੋਸਟਰ ਰਾਤ ਨੂੰ ਹਨੇਰੇ ਵਿੱਚ ਲਟਕਾ ਕੇ ਕਦੀ ਕਿਸੇ ਘਰ 'ਚ ਚਾਨਣ ਹੋਇਆ ਹੈ? ਦੀਵਾ ਹੀ ਰੋਸ਼ਨੀ ਵੀ ਦੇ ਰਿਹਾ, ਦਿਸਦਾ, ਕਦੀ ਨਹੀਂ ਹੁੰਦਾ। ਬਸ ਚੇਤੇ ਰੱਖਿਓ, ਜਿਹੜੀ ਨੌਲੇਜ ਹੈ ਇਹ ਪੋਸਟਰ ਦਾ ਦੀਵਾ ਹੈ, ਤੇ ਜਿਹੜੀ ਰੂਹਾਨੀਅਤ ਹੈ, ਗੁਰੂ ਦਾ ਗਿਆਨ ਹੈ, ਇਹ ਬਲਦਾ ਹੋਇਆ ਦੀਵਾ ਹੈ। ਮਾੜਾ ਨਹੀਂ, ਇਸ਼ਾਰਾ ਤੋਂ ਵੀ ਕਰਦਾ ਪਿਆ ਵੀ ਦੀਵਾ ਕੋਈ ਹੁੰਦਾ ਹੈ ਬਲਦਾ। ਪੋਸਟਰ ਦੱਸ ਰਿਹਾ ਵੀ ਕੋਈ ਹੈ, ਕਿਉਂਕਿ ਉਹ ਤਸਵੀਰ ਤਾਂ ਬਣੀ ਹੈ ਜੇ ਕਿਤੇ ਸੀ। ਫਿਰ ਬੇਨਤੀ ਕਰਾਂਗਾ, ਪੋਸਟਰ ਬਲਦਾ ਹੋਏ ਜੀਵੇ ਦੀ ਤਸਵੀਰ ਸਾਰੀ ਜ਼ਿੰਦਗੀ ਲਟਕਾਈ ਰੱਖੋ, ਕਦੀ ਚਾਨਣ ਨਹੀਂ ਹੁੰਦਾ। ਪਿਆਰਿਓ, ਬਸ ਇੱਕ ਦੀਵੇ ਵਿੱਚ ਤੇਲ ਭਰ ਕੇ ਬੱਤੀ ਲਾ ਦਿਓ, ਪੋਸਟਰ ਭਾਵੇਂ ਨਾ ਵੀ ਹੋਵੇ, ਤੇ ਚੇਤੇ ਰੱਖਿਓ ਚਾਨਣ ਦੀਵਾ ਆਪਣੇ ਆਪ ਹੀ ਕਰੀ ਜਾਂਦਾ ਹੈ। ਜਿੰਨੀ ਨੌਲੇਜ ਹੈ ਇਹ ਪੋਸਟਰ ਦਾ ਦੀਵਾ ਹੈ, ਇਹ ਬਲਦੇ ਹੋਏ ਦੀਵੇ ਦੀ ਤਸਵੀਰ ਹੈ, ਪਰ ਜਿੰਨਾ ਗਿਆਨ ਇਹ ਸੱਚੀ ਮੁੱਚੀ ਦਾ ਦੀਵਾ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਕੀਤੇ। ਕਬੀਰ ਸਾਹਿਬ ਨੇ ਕਿਹਾ, ਬਾਹਰ ਚਾਨਣ ਬੜਾ ਗਿਆਨ ਹੈ, ਪਰ ਕਹਿੰਦੇ ਨੇ ਦੀਵੇ ਦੀ ਰੋਜ਼ ਵਿਆਖਿਆ ਕਰਨਾ, ਦੀਵਾ ਬਾਲਣ ਤੋਂ ਬਿਨਾਂ ਚਾਨਣ ਕਿਵੇਂ ਹੋਵੇਗਾ, ਅੰਧਕਾਰ ਕਿਵੇਂ ਮਿਟੇਗਾ। ਇੱਕ ਸ਼ਬਦ ਹੈ, ਤੁਹਾਨੂੰ ਸਭ ਨੂੰ ਚੇਤੇ ਵੇ, ਕਿਆ ਪੜ੍ਹੀ ਹੈ ਕਿਆ ਗੁਨੀਆਂ, ਇਹ ਵੇ ਨੌਲੇਜ। ਕੀ ਪੜ੍ਹਨਾ ਤੇ ਗੁਨੀਆਂ ਦਰ ਤੇ ਕੀ ਵਿਚਾਰਨ। ਕਿਆ ਪੜ੍ਹੀਐ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ
क्या होई जे सो चंदा उगवे पढ़े सुने, सूरज चढ़े हजार, नॉलेज का चानन है पर अंदर का चानन नहीं। क्या पढ़िया क्या गुनिया, क्या वेद पुराना सुनिया, पढ़े सुने क्या होई, जो सहज ना मिलियो सोई, हर का नाम ना जपस गावारा, क्या सोचें बारंग बारा रहाओ। उत्थे उन्हें कहा जी नॉलेज तो है, भगतां ने यही कारण गुरु ग्रंथ साहिब की बाणी ने रब दे बारे नॉलेज होनी, वो तो सुनिया सुनाया ज्ञान है, ਉਹਦੇ बारे समझ पै जानी, दोनों 'ਚ फर्क है। कबीर साहब कहते ने अंधियारा दीपक चाहिए, बेनती सुनियो कि खनेरे च दीवा चाहिदा है, दीवे की व्याख्या ना कर। बड़े सालों तो दीवे की व्याख्या सुन रहे, सच्ची गल जे अज असी भी जिन्ने बोलन वाले हैं, मैं कल भी कहा सी व्याख्या करने पे दीविया की, नाम इस तरह हुंदा है, नाम इंज हुंदा है, गुरु कृपा इंज करदा है। सच्ची गल है कलाकारी बन के रह गई है। कहते मैं सुनना नहीं चाहता तेरे तो रोज रोज दीवे की गल, मैनू बाल के दिखा। अंधियारा दीपक चाहिए, मैनू दीवा चाहिए, दीवे दियां गल्लां नहीं। एक बस्त अगोचर लई है, उस अगोचर बस्तर तक बस्त तक जे पहुंचना है तो दीवा बाल। बस्त अगोचर पाई घट दीपक रहा समाई, कहते वो दीवा बले का वस्तु मिलेगी। मैं फिर बेनती करा, गुरु नानक साहब नूं पुछ के देखो अंदर दा चानन की। उन्हां दा एक पवित्र शब्द है जी, आ छल छलाई न छलै, न घाओ कटारा कर सकै। उत्ते शब्द है बिन तेल दीवा क्यों जलै। मैं अर्ज की गुरु ने क्या बाहर दे चानन नूं छड्ड, अंदर दे चानन दी गल कर। बिन तेल दीवा क्यों जलै, किवें बलेगा तेल तो बिना दीवा, ये प्रश्न है। अगे फिर सुजान सतगुरु सुगड़ सतगुरु आपे उत्तर देंदे ने, कहन लगे पोथी पुराण कमाई है, जो धर्म ग्रंथां च लिखिया उन्होंने कमा। जो तू पढ़ रहे हैं रोज विचार रहे हैं उन्होंने ओदा अभ्यास कर। पोथी पुराण कमाई है, भाव वट्टी रब दे अदब दी वट्टी बना, ओदा भै वट्टी बन जाए। पोथी पुराण कमाई है, भाव वट्टी ए तन पाई है, सच बूझण सच नाल तेरी गहरी सांझ पै जाए। प्यारिया सिमरन नाल तेरी सांझ पै जाए तां ही दीवा बलेगा। सच बूझण आण जलाइए, ये तेल दीवा इउं जलै कर चानन साहिब तो मिले। मैं बेनती करांगा कि जदों बाहर दा चानन कोई वेखदा है, अंदर दे चानन दे सामने बाहर दा चानन बिल्कुल मध्यम पै जांदा है। बाहर दे चानन विच भी कालख है। इनू फिर थोड़ा जिहा ध्यान नाल सुनियो, गल मैं गहरी जी कहन लगा। बाहर दे चानन विच भी कालख है, अंदर दे चानन विच कालख नहीं। धुप निकलदी है, असी मान लो धुप च बैठ के, चानन है ना जी, 3-4 घंटे बैठन तो बाद या 5-10 दिन धुप च घूमण तो बाद जदों कोई मिलता है तो असीं कहने तेरे चेहरे का रंग काला क्यों पै गया। वो कहता धुप्पे बैठना वा, ਇਹਦਾ मतलब ਉਹਦੇ ਚਾਨਣ ਵਿੱਚ ਵੀ ਕਾਲਖ ਹੈ। ਜੇ ਕਾਲਖ ਨਾ ਹੁੰਦੀ ਤੇ ਫਿਰ ਜਿੱਥੇ ਧੁੱਪ ਪਈ ਉੱਥੇ ਤਾਂ ਸੱਚੀ ਮੁੱਚੀ ਕਾਲਖ ਹੋਣੀ ਨਹੀਂ ਸੀ ਚਾਹੀਦੀ। ਬਾਹਰ ਦੇ ਚਾਨਣ ਵਿੱਚ ਕਾਲਖ ਲੁਕੀ ਏ, ਜਿੱਥੇ ਲਗਾਤਾਰ ਚਾਨਣ ਪਏਗਾ ਪਿਆਰਿਓ ਉਹ ਚਿਹਰਾ ਕਾਲਾ ਹੋ ਜਾਏਗਾ। ਬਾਹਰ ਦੀ ਨੌਲੇਜ ਵਿੱਚ ਵੀ ਅਗਿਆਨਤਾ ਦੀ ਕਾਲਖ ਹੈ, ਜਦੋਂ ਰੂਹਾਨੀਅਤ ਦਾ ਚਾਨਣ ਹੁੰਦਾ ਉਹ ਸਾਰੀ ਕਾਲਖ ਨੂੰ ਚੁੱਕ ਦਿੰਦਾ ਹੈ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਆਪਣੇ ਸੁਚੇਤ। ਸੁਚੇਤ ਦਾ ਅਰਥ ਹੈ ਚਲਾਕ, ਕਿ ਬੰਦਾ ਗੁਰੂ ਨੂੰ ਚੇਤੇ ਨਹੀਂ ਕਰ ਰਿਹਾ ਅੰਦਰੋਂ, ਆਪਣੇ ਮਨ ਕਰਕੇ। ਸੁਚੇਤ ਦਾ ਅਰਥ ਵੈਸੇ ਮਹਾਰਾਜ ਨੇ ਬਾਣੀ ਚ ਗਿਆਨੀ ਹੋਏ ਸੁਚਤਨ ਹੋਏ ਕਿਹਾ, ਪਰ ਇੱਥੇ ਸੁਚੇਤ ਦਾ ਅਰਥ ਹੈ ਚਲਾਕ, ਚੁਸਤ। ਗੁਰੂ ਨੂੰ ਚੇਤੇ ਨਹੀਂ ਕੀਤਾ ਪਰ ਚਲਾਕ ਬੜਾ ਹੈ। ਮਹਾਰਾਜ ਕਹਿੰਦੇ ਫਿਰ ਇਹਦਾ ਬਣੇਗਾ ਕੀ। ਨੌਲੇਜ ਹੈ ਇਹਦੇ ਕੋਲ ਪਰ ਚਲਾਕੀ ਬੜੀ ਹੈ। ਇਸੇ ਕਾਰਨ ਕਰਕੇ ਮੈਂ ਕਈ ਵਾਰੀ ਸੋਚਣਾ, ਜਦੋਂ ਭਗਤ ਦਾ
ਸੋ ਕਾਲਡ ਗਿਆਨੀ ਦਾ ਆਪਸ ਵਿੱਚ ਕਿਤੇ ਟਾਕਰਾ ਹੋ ਜਾਂਦਾ ਹੈ ਨਾ, ਗਿਆਨੀ ਕੰਬਣ ਲੱਗ ਪੈਂਦਾ ਹੈ। ਦੋ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਲੈ ਲੈਂਦੇ ਹਾਂ, ਜਿਸ ਵਿੱਚ ਚਲਾਕੀ ਵਰਤਣ ਵਾਲਾ ਇੱਕ ਸ਼ਬਦ ਕਬੀਰ ਸਾਹਿਬ ਦਾ, ਇੱਕ ਨਾਮਦੇਵ ਜੀ ਦਾ। ਕਬੀਰ ਸਾਹਿਬ ਦਾ ਸ਼ਬਦ ਹੈ, ਪੰਡਿਆ ਕਵਨ ਕੁਮਤ ਤੁਮ ਲਾਗੇ। ਚਲਾਕੀ ਬੜੀ ਵਰਤਣੇ। ਇੱਥੇ ਪੰਡਿਆ ਦਾ ਅਰਥ ਕੱਲਾ ਪੰਡਿਤ ਲਈ ਨਹੀਂ ਕਰਨਾ, ਹਰ ਉਹ ਬੰਦਾ ਜਿਹੜਾ ਅੰਦਰੋਂ ਚਲਾਕੀਆਂ ਵਰਤਦਾ, ਸਿਆਣਪਾਂ ਵਰਤਦਾ। ਪੰਡਿਆ ਕਵਨ ਕੁਮਤ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸੋ ਰਾਮ ਨਾ ਜਪੋ ਅਭਾਗੇ ਬਦ ਕਿਸਮਤਾ। ਇਹ ਵੇਖੋ, ਇਹ ਸ਼ਬਦ ਕਹਿ ਦੇਣੇ, ਅਭਾਗੇ ਦਰ ਤੇ ਭੈੜੀ ਕਿਸਮਤ ਵਾਲਿਆ ਪੰਡਤਾਂ ਵਿਦਵਾਨਾਂ, ਡੁੱਬ ਜਾਏਗਾ ਜੀਆਂ ਦੇ ਸਮੇਤ ਤੂੰ ਕਦੀ ਪਰਮਾਤਮਾ ਦਾ ਨਾਮ ਨਹੀਂ ਜਪਿਆ। ਹੁਣ ਅਗਲੀ ਗੱਲ ਨੌਲੇਜ ਦੀ ਫੇਰ ਆ ਗਈ। ਉਹਨੇ ਕਿਹਾ ਕਬੀਰ ਸਾਹਿਬ ਨੂੰ, ਮੈਨੂੰ ਕਹਿ ਰਿਹਾ ਕਿ ਕਵਨ ਕੁਮਾ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਭਾਗੇ। ਪਰ ਮੈਂ ਤੈਨੂੰ ਇੱਕ ਗੱਲ ਦੱਸਾਂ, ਜਿਹੜੇ ਵੇਦ ਮੰਤਰ ਮੈਂ ਪੜ੍ਹ ਸਕਦਾ ਤੂੰ ਨਹੀਂ ਪੜ੍ਹ ਸਕਦਾ। ਕਬੀਰ ਸਾਹਿਬ ਅੱਗੇ ਉੱਤਰ ਕੀ ਦਿੰਦੇ ਨੇ, ਕਹਿੰਦੇ ਮੈਨੂੰ ਇੱਕ ਗੱਲ ਦੱਸ, ਜਿਹੜਾ ਤੇਰਾ ਗਿਆਨ ਹੈ ਉਹ ਇਸ ਤਰ੍ਹਾਂ ਜਿਵੇਂ ਖੋਤੇ ਦੇ ਉੱਤੇ ਲੱਦਿਆ ਹੋਇਆ ਚੰਨਣ ਹੈ। ਹੁਣ ਇਹ ਸ਼ਬਦ ਮੈਂ ਤਾਂ ਬੇਨਤੀ ਕਰਾਂ, ਇਹ ਜਾਗਿਆ ਹੋਇਆ ਕਹਿ ਸਕਦਾ ਕੋਈ? ਕਹਿੰਦੇ ਤੇਰਾ ਗਿਆਨ, ਤੇਰੇ ਗ੍ਰੰਥਾਂ ਦਾ ਗਿਆਨ ਜੋ ਤੇਰੇ ਲਈ ਹੈ, ਤੇਰਾ ਗਿਆਨ ਸਿਰਫ ਖੋਤੇ ਉੱਤੇ ਚੰਦਨ ਦਾ ਭਾਰ ਲੱਦਣ ਨੂੰ। ਉਹਨੇ ਕਿਹਾ ਇਹ ਕਿਵੇਂ? ਕਹਿਣ ਲੱਗੇ ਸਾਰੀ ਜ਼ਿੰਦਗੀ ਖੋਤੇ ਦੀ ਪਿੱਠ ਉੱਤੇ ਚੰਦਨ ਲੱਦੀ ਜਾਓ, ਖੋਤਾ ਫਿਰ ਵੀ ਰੂੜੀਆਂ ਉੱਤੋਂ ਲੀਰਾਂ ਚੁਗੇਗਾ, ਗੰਦ ਖਾਏਗਾ। ਕਹਿਣ ਲੱਗੇ ਤੂੰ ਸਾਰੀ ਜ਼ਿੰਦਗੀ ਤੂੰ ਨੌਲੇਜ ਲਈ ਜਾ, ਚਲਾਕੀਆਂ ਵਰਤੀ ਜਾ, ਚੇਤੇ ਰੱਖੇ ਤੇਰੇ ਅੰਦਰ ਦੀ ਸੁਰਤ ਵੀ ਕੇਵਲ ਗੰਦ ਹੀ ਖਾਣ ਤੇ ਲੱਗੀ। ਵੇਖੋ ਗੁਰੂ ਸਾਹਿਬ ਨੇ ਸਿਖਰ ਦੇ ਬੋਲ ਕੇ ਜਿਹੜੇ ਇਹ ਚਲਾਕੀ ਵਰਤਦੇ ਨੇ, ਸਿਮਰਨ ਦੀ ਕੀ ਲੋੜ ਹੈ ਜੀ। ਬੜਾ ਦੁੱਖ ਲੱਗਦਾ ਓਏ, ਕੋਈ ਹੋਰ ਤਾਂ ਕਹੇ, ਕੋਈ ਤਾਰਕਿਕ ਕਹਿ, ਕੋਈ ਨਾਸਤਿਕ ਹੈ, ਅਸੀਂ ਮੰਨ ਲਈਏ ਵੀ ਵਾਕਈ ਉਹ ਕਿਰਪਾਨ ਪਾ ਕੇ ਲੋਕ ਟੀਵੀ ਤੇ ਬੋਲੀ ਜਾਂਦੇ ਹੋ ਸਿਮਰਨ ਦਾ ਕੋਈ ਫਾਇਦਾ ਨਹੀਂ ਜੇ, ਤੇ ਸਾਡੇ ਖਿਮਾ ਕਰਿਓ ਵੱਡੇ ਵੱਡੇ ਪ੍ਰਬੰਧਕ ਵੀ ਧਿਆਨ ਨਾਲ ਸੁਣੀ ਜਾਂਦੇ ਨੇ। ਬਸ ਅੱਜ ਤੇ ਕਮਾਲ ਕਰ ਦਿੱਤੀ। ਕੀ ਕਮਾਲ ਕੀਤੀ? ਗੁਰੂ ਦੇ ਨਾਮ ਨੂੰ ਖੰਡਨ ਕਰ ਦਿੱਤਾ। ਮੈਨੂੰ ਤੁਸੀਂ ਦੱਸੋ, ਜਿੰਨੇ ਦੁਨੀਆ ਦੇ ਗ੍ਰੰਥ ਨੇ ਕਿੱਥੋਂ ਆਏ ਨੇ? ਜਿੰਨੇ ਅੱਜ ਤੱਕ ਭਗਤੀ ਵਾਲੇ ਪੈਦਾ ਹੋਏ ਕਿੱਥੋਂ ਆਏ ਨੇ? ਮੇਰਾ ਗੁਰੂ ਅਰਜੁਨ ਦੇਵ ਕਹਿੰਦਾ ਦੁਨੀਆ ਭਰ ਦੇ ਗ੍ਰੰਥਾਂ ਦਾ ਜਨਮ ਸਿਮਰਨ ਵਿੱਚੋਂ ਹੋਇਆ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਸਿਮਰਨ ਦਾ ਕੋਈ ਫਾਇਦਾ ਨਹੀਂ। ਇਹ ਕਿੱਥੇ ਜਾ ਕੇ ਲੇਖਾ ਦੇਣਗੇ ਭਲਿਓ। ਜ਼ਿੰਦਗੀ ਵਿੱਚ ਸਭ ਤੋਂ ਵੱਡਾ ਪਾਪ ਹੈ ਕਿਸੇ ਨੂੰ ਪਰਮਾਰਥਕ ਤੌਰ ਤੇ ਕਤਲ ਕਰਨਾ। ਮੇਰੀ ਬੇਨਤੀ ਫਿਰ ਸੁਣਿਓ, ਕਿਸੇ ਚੱਲਦੇ ਹੋਏ ਨੂੰ ਪਟਕਾ ਦੇਣਾ। ਜੇ ਤੂੰ ਮਾਰਗ ਦੱਸਣ ਜੋਗਾ ਨਹੀਂ, ਕੁਮਾਰਗ ਮਤ ਪਾ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਦਾ ਇਹ ਸ਼ਬਦ ਜੀ, ਉਹਨਾਂ ਬੜਾ ਠੋਕ ਕੇ ਕਿਹਾ। ਕਹਿਣ ਲੱਗੇ ਖੋਤੇ ਦੀ ਪਿੱਠ ਉੱਤੇ ਚੰਦਨ ਲੱਦਿਆ ਜਾਏ, ਉਹ ਰੂੜੀਆਂ ਉੱਤੋਂ ਕੱਖ ਚੁੰਨੇ ਬੰਦ ਨਹੀਂ ਕਰਦਾ। ਤੂੰ ਲੱਖਾਂ ਨੌਲੇਜ ਇਕੱਠੀ ਕਰੀ ਫਿਰ, ਪਰ ਤੇਰੇ ਅੰਦਰ ਦੀ ਸੁਰਤ ਨੇ ਕੇਵਲ ਗੰਦ ਹੀ ਇਕੱਠਾ ਕਰਨਾ ਹੈ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਚਲਾਕ ਹੈ। ਪੰਡਿਆ ਕਵਨ ਕਮਾ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਭਾਗੇ। वेद पुराण पढ़े का क्या गुण खर चंदन जस पहारा, राम नाम की गत नहीं जानी कैसे उतर सपारा। मैं एक तुहानू होर उदाहरण देना, क्योंकि दोनों श्लोक आपस च मिलते हैं। विचार असी देखने हाँ कि नामदेव जी का एक शब्द है, उस शब्द विच उन्होंने एक विद्वान पंडित दे नाल विचार चर्चा करदियां बहुत सोहनी गल की। क्योंकि ये जिहड़ा श्लोक है ये सिर्फ उहदे वास्ते जिहड़ा गुरु दे नां ते खांदा है पर चलाकियां वरतदा है, रब दे नां थल्ले खांदा है पर चेते नहीं करता। विचार करने वाला बोल रहा सी कि परमात्मा नूं पाना कोई छोटी जी गल है, वो तो बड़ा बिखम रस्ता है, बड़ी दूर की गल है।
ਦੂਸਰਾ ਕਹਿ ਰਿਹਾ ਸੀ ਨਹੀਂ ਨਹੀਂ, ਪਰਮਾਤਮਾ ਕੋਈ ਦੂਰ ਥੋੜਾ, ਬਸ ਆਏ। ਹੁਣ ਵੀ ਤੁਸੀਂ ਕਿਤੇ ਮਿਲੋ ਨਾ, ਤੇ ਆਮ ਤੌਰ ਤੇ ਸਾਡੇ ਲੋਕ ਜਿਨ੍ਹਾਂ ਨੇ ਇੱਕ ਦਿਨ ਵੀ ਸਿਮਰਨ ਨਹੀਂ ਕੀਤਾ, ਉਹ ਲੋ ਰੱਬ ਦਾ ਕੀ ਪਾਣਾ ਹੈ ਜੀ, ਇੱਧਰੋਂ ਪਟਣਾ ਤੇ ਇੱਧਰ ਲਾਣਾ ਜੀ। ਨੌਲੇਜ ਗੱਲ ਹੀ ਹੈ ਨਾ, ਪੱਟ ਕੇ ਦੇਖੋ ਤਾਂ ਸਹੀ, ਪੱਟਿਆ ਜਾਂਦਾ। ਇੱਥੇ ਤਾਂ ਸਿਮਰਨ ਕਰਦਿਆਂ ਨਹੀਂ ਪਟੀਂਦਾ ਪਿਆ। ਲੋਗਨ ਰਾਮ ਖਿਲੋਣਾ ਜਾਣਾ, ਇੰਟਰਟੇਨਮੈਂਟ ਦਾ ਸਾਧਨ ਬਣ ਗਿਆ ਸਿਮਰਨ। ਆ ਸਾਡੇ ਗੁਰਦੁਆਰੇ ਮੈਨੂੰ ਬਖਸ਼ ਦਿਆ ਜੀ, ਇਹ ਜ਼ਿਆਦਾਤਰ ਹੀ ਖੇਡ ਬਣੀ ਪਈ। ਮੈਂ ਇੱਕ ਦੁਹਾਈ ਦੇ ਰਿਹਾ ਆਪਣੇ ਮਨ ਨੂੰ ਕਿ ਇੰਨੇ ਸਾਲ ਹੋ ਗਏ ਨੇ ਨਿਰੰਤਰ ਚੱਲਦਿਆਂ ਹੋਇਆਂ, ਕੀ ਤੇਰੇ ਅੰਦਰ ਕੋਈ ਚੇਂਜ ਆਈ? ਉਹ ਇੱਕ ਕਹਿ ਰਿਹਾ ਰੱਬ ਬੜਾ ਦੂਰ, ਦੂਜਾ ਕਹਿੰਦਾ ਨਹੀਂ ਨਹੀਂ, ਉਹ ਦੂਜੇ ਦਿਨ ਕਥਾ ਕੀਤੀ ਉਹਨੇ ਕਰਤਾ, ਨਹੀਂ ਬਿਲਕੁਲ ਨੇੜੇ ਵੇ। ਸੁਣਨ ਵਾਲਾ ਵਿਚਾਰਾ ਦੁਬਿਧਾ 'ਚ ਪਿਆ ਗਿਆ, ਪਹਿਲਾ ਗਿਆਨੀ ਕੀ ਕਹਿ ਗਿਆ, ਕੀ ਕਹੀ ਜਾਂਦਾ। ਅਸੀਂ ਸੱਚੀ ਮੁੱਚੀ ਭਟਕੇ ਪਏ। ਕਸੂਰ ਤੁਹਾਡਾ ਕੋਈ ਨਹੀਂ, ਅਸੀਂ ਰਾਹਾਂ ਲੱਭਨੇ ਆ, ਸੰਗਤ ਰਾਹ ਲੱਭਦੀ ਹੈ, ਅਸੀਂ ਮੈਕਾਂ ਤੇ ਬੋਲਣ ਵਾਲੇ ਤੁਹਾਡਾ ਸ਼ੋਸ਼ਣ ਕਰਨੇ। ਪਤਾ ਲੱਗ ਗਿਆ ਇੰਨੇ ਪਿੱਛੇ ਬੰਦੇ ਲੱਗ ਗਏ। ਇੱਕ ਨੇ ਕਿਹਾ ਨੇੜੇ, ਦੂਜੇ ਨੇ ਕਿਹਾ ਦੂਰ। ਨਾਮਦੇਵ ਨੇ ਦੋਨਾਂ ਨੂੰ ਕਿਹਾ ਝੂਠ ਬੋਲਦੇ ਹੋ। ਕਹਿਣ ਲੱਗੇ, ਉਹਨਾਂ ਤੇ ਸ਼ਬਦ ਵਰਤੇ, ਤੇਰੀ ਜ਼ਬਾਨ 'ਚ ਬਕਵਾਸ, ਤੂੰ ਫਜ਼ੂਲ ਬੋਲ ਰਿਹਾ। ਉਹਨੇ ਕਿਹਾ ਮੈਂ ਪਰਮਾਤਮਾ ਦੀ ਕਥਾ ਕਰਨਾ। ਨਾਮਦੇਵ ਕਹਿੰਦੇ ਨੇ ਕਦੀ ਪਾਣੀ ਦੀ ਮੱਛੀ ਖਜੂਰ ਤੇ ਚੜੀ? ਕਹਿਣ ਲੱਗੇ ਬਿਲਕੁਲ ਨਹੀਂ। ਕਹਿੰਦੇ ਜਿਵੇਂ ਪਾਣੀ ਦੀ ਮੱਛੀ ਖਜੂਰ ਤੇ ਨਹੀਂ ਚੜਦੀ, ਚੇਤੇ ਰੱਖੀ ਤੇਰੇ ਗੱਲਾਂ ਨਾਲ ਤੂੰ ਕਿਤੇ ਉੱਚੀ ਥਾਂ ਤੇ ਨਹੀਂ ਪਹੁੰਚਣਾ। ਇਹ ਸ਼ਬਦ ਹੈ ਜੀ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਜਲ ਕੀ ਮਾਛਲੀ ਚਰੈ ਖਜੂਰ, ਕਾਏ ਰੇ ਬਕਬਾਦ ਲਾਇਓ ਮਨ ਆਪਣੇ ਸੁਚੇਤ। ਕਾਏ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ। ਪੰਡਿਤ ਹੋਏ ਕੈ ਵੇਦ ਬਖਾਨੇ, ਤੂੰ ਗ੍ਰੰਥਾਂ ਦੀ ਵਿਆਖਿਆ ਕਰਨੇ, ਪਰ ਮੂਰਖ ਨਾਮ ਦਿਓ ਰਾਮੈ ਜਾਣੇ। ਜਿਹਦੀ ਤੂੰ ਗੱਲ ਕਰਨਾ ਮੈਂ ਉਹਦੇ ਨਾਲ ਗੱਲਾਂ ਕਰਨਾ। ਫਿਰ ਸ਼ਬਦ ਮੇਰਾ ਸੁਣਿਓ, ਜਿਹਦੀਆਂ ਤੂੰ ਗੱਲਾਂ ਕਰਨਾ ਮੈਂ ਉਹਦੇ ਨਾਲ ਗੱਲਾਂ ਕਰਨਾ। ਹੁਣ ਇਹ ਤੁਸੀਂ ਦੱਸੋ, ਗੱਲਾਂ ਕਰਨ ਵਾਲਾ ਕਿ ਉਹਦੇ ਨਾਲ ਗੱਲਾਂ ਕਰਨ ਵਾਲਾ ਉੱਤਮ? ਜਿਹੜਾ ਉਹਦੇ ਨਾਲ ਗੱਲਾਂ ਕਰਦਾ। ਗੁਰੂ ਨਾਨਕ ਸਾਹਿਬ ਪਹਿਲੀ ਗੱਲ ਕਹਿ ਰਹੇ ਨੇ, ਜਿਹੜੇ ਲੋਕ ਗੁਰੂ ਨੂੰ ਚੇਤੇ ਨਹੀਂ ਕਰਦੇ, ਚਲਾਕੀਆਂ ਵਰਤਦੇ ਨੇ। ਸੱਚੀ ਅਸੀਂ ਗੁਰੂ ਨਾਲ ਵੀ ਚਲਾਕੀਆਂ ਵਰਤਨੇ। ਪਾਪ ਕਰ ਲਿਆ, ਹੁਣ ਜਪਜੀ ਸਾਹਿਬ ਪੜ੍ਹ ਲਾਂਗਾ ਜੀ। ਆਹ ਕਰ ਲਿਆ, ਹੁਣ 2 ਦਿਨ ਝਾੜੂ ਲਾ ਲਾਂਗਾ ਜੀ। ਆਹ ਕਰ ਲਿਆ, ਹੁਣ ਮੈਂ ਭਾਂਡੇ ਮਾਂਜ ਲਾਂਗਾ ਜੀ। ਇਹ ਕਾਹਦੀਆਂ ਚਲਾਕੀਆਂ ਗੁਰੂ ਨਾਲ ਕਰ ਰਹੇ? ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਬੜਾ ਚਲਾਕ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਇਹਦੀ ਹਾਲਤ ਕੀ ਬਣੇਗੀ? ਰੱਬ ਦੀ ਦਰਗਾਹ ਥਾਂ ਮਿਲੇਗੀ। ਸਤਿਗੁਰੂ ਕਹਿੰਦੇ ਛੁੱਟੇ, ਇਹਦਾ ਪਾਠ ਛੁੱਟਾ ਨਹੀਂ ਕਰਨਾ। ਇੱਕ ਲਾਂ ਲੱਗੀ, ਛੁੱਟੇ ਤਿਲ ਬੁਆੜ, ਬੱਬੇ ਥੱਲੇ ਦੁਲੰਕੜ ਲੱਗਾ ਹੈ। ਛੁੱਟੇ ਤਿਲ ਬੁਆੜ ਜਿਉਂ, ਜਿਵੇਂ ਬੁਆੜ ਤਿਲ ਸ਼ਬਦ ਵਰਤਾਂ। ਸੁਣਿਆ, ਸੁਣਿਆ ਨਹੀਂ ਪਾਠ, ਇੱਕ ਲਾਂ ਹੈ ਉੱਤੇ। ਮਹਾਰਾਜ ਕਹਿੰਦੇ ਛੁੱਟੇ ਤਿਲ ਬੁਆੜ ਜਿਉਂ ਸੁਣਿਆ ਅੰਦਰ ਖੇਤ। ਜਿਵੇਂ ਸੁਣਿਏ ਖੇਤ ਵਿੱਚ ਬੁਆੜ ਤਿਲ, ਸੜੇ ਹੋਏ ਤਿਲ ਦਾ ਬੂਟਾ ਪਿਆ। ਇਹਦੀ ਹਾਲਤ ਹੋਵੇਗੀ ਜਿਹੜਾ ਆਪਣੇ ਆਪ ਨੂੰ ਬਾਹਰੋਂ ਗਿਆਨੀ ਕਹਿੰਦਾ, ਅੰਦਰੋਂ ਡੁੱਬਾ ਪਿਆ ਹਨੇਰੇ 'ਚ। ਹੁਣ ਦੇਖੋ ਇਹਦੀ ਵਿਆਖਿਆ ਅੱਗੇ ਹੋਵੇਗੀ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਛੁੱਟੈ ਤਿਲ ਬੁਆੜ ਜੋ ਸੁਣਿਐ ਅੰਦਰ ਖੇਤ। ਅੱਗੇ ਵੀ ਖੇਤੈ ਦੁਲਾਵਾਂ ਨੇ, ਖੇਤੈ ਅੰਦਰ ਛੁੱਟਿਆਂ। ਛੁੱਟਿਆਂ ਨਾਸਕੀ ਪਾਠਕ ਹੈ। ਖੇਤੈ ਅੰਦਰ ਛੁੱਟਿਆਂ ਕਹੋ ਨਾਨਕ ਸੋ ਨਾ। ਨਾ ਨਾਹੇ ਪਾਠ ਕਰਨਾ ਤੇ ਨਾ ਨਾਹੂ ਕਰਨਾ ਹੈ। ਅਸਲ 'ਚ ਪਾਠ ਜਦੋਂ ਸਵੇਰੇ ਹੁੰਦਾ ਹੈ, ਕਈ ਵਾਰੀ ਖੇਦ ਲੱਗਦਾ ਹੈ, ਇੱਥੇ ਨੰਨੇ ਨੂੰ ਕੰਨਾਂ ਤੇ ਹਾਹਾ, ਥੱਲੇ ਔਂਕੜ ਲੱਗੀ ਨੇ, ਤੇ ਨਾ ਨੰਨੇ ਨੂੰ ਕੰਨਾਂ ਤੇ ਹਾਹੇ ਨੂੰ ਸਿਹਾਰੀ। ਨਾਹੇ ਤਾਂ ਪਾਠ ਕਰੋ ਜੇ ਸਿਹਾਰੀ ਲੱਗੀ, ਨਾਹੋ ਪਾਠ ਤਾਂ ਕਰੋ ਜੇ ਔਂਕੜ ਲੱਗੀ। ਸਿੱਧਾ ਸਪਸ਼ਟ ਨੇ 3 ਅੱਖਰ ਅਸੀਂ ਪੜ੍ਹਨੇ, 2 ਅੱਖਰ ਇੱਕ ਮਾਤਰਾ, ਨੰਨਾ ਕੰਨਾ ਤੇ ਹਾਹਾ। ਸਤਿਗੁਰੂ ਕਹਿੰਦੇ ਨੇ ਕਿ ਦੇਖੋ, ਖੇਤੈ ਅੰਦਰ ਛੁੱਟਿਆਂ ਕਹੋ ਨਾਨਕ ਸੋ ਨਾ। ਨਾ ਦਾ ਅਰਥ ਹੈ ਖਸਮ, ਪਤੀ। ਇੱਥੇ ਚੇਤੇ ਰੱਖਿਓ, ਮੈਂ ਫਿਰ ਅਰਜ਼ ਕਰਾਂਗਾ ਮਾਲਕ।
ਇੱਥੇ ਨਾ ਦਾ ਅਰਥ ਨਹੀਂ ਕਰਨਾ। 100 ਨਾ ਇਹ ਬਹੁਵਚਨ ਹੈ, ਔਂਕੜ ਹੁੰਦੀ ਇੱਕ ਵਚਨ ਹੋਣਾ ਸੀ। ਕਹੋ ਨਾਨਕ 100 ਨਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨਖਸਮਿਆਂ ਦੇ 100 ਖਸਮ ਬਣ ਜਾਂਦੇ ਨੇ ਜਿਹੜਾ ਰੱਬ ਨੂੰ ਚੇਤੇ ਨਹੀਂ ਕਰਦਾ। ਇਹਨੂੰ ਫਿਰ ਥੋੜਾ ਜਿਹਾ ਅਰਥ ਮੈਂ ਕਰ ਸਕਾਂ। ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ ਚਲਾਕੀਆਂ ਵਰਤੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਤੇ ਮੈਨੂੰ ਅੱਜ ਤੱਕ ਤੁਸੀਂ ਦੱਸੋ, ਸਿਆਣਪ ਵਾਲਾ ਬੰਦਾ ਰੱਬ ਨੂੰ ਕੋਈ ਪਾ ਸਕੇ? ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਬੰਦਾ ਕੁਝ ਨਹੀਂ ਜਾਣਦਾ ਉਦੋਂ ਬਹੁਤ ਕੁਝ ਜਾਣਦਾ ਜੇ। ਜਦੋਂ ਬਹੁਤ ਕੁਝ ਜਾਣਨ ਦਾ ਦਾਅਵਾ ਕਰਦਾ ਉਦੋਂ ਅੰਦਰੋਂ ਅਗਿਆਨੀ ਹੋ ਜਾਂਦਾ। ਰੇਮ ਜਨ ਮਨ ਮਾਧੋ ਸੋਂ ਲਾਈਐ, ਚਤੁਰਾਈ ਨਾ ਚਤੁਰ ਪੁਜ ਪਾਈਐ। ਚਲਾਕੀਆਂ ਨਾਲ ਨਹੀਂ। ਮਹਾਰਾਜ ਕਹਿੰਦੇ ਨੇ ਕਿ ਬਹੁਤ ਸਿਆਣਪ ਲਾਗੈ ਧੂਰ। ਧੂਰ ਦਾ ਅਰਥ ਮੈਂ ਇੱਕ ਦਿਨ ਕੀਤਾ ਸੀ ਮੈਲ। ਧੂਰ ਦਾ ਅਰਥ ਚਰਨ ਧੂਰ ਨਹੀਂ ਕਰਨਾ। ਜਿੰਨਾ ਬੰਦਾ ਸਿਆਣਪ ਵਰਤਦਾ ਖਿਮਾ ਕਰਿਓ ਉਹਨਾਂ ਅੰਦਰੋਂ ਮੈਲਾ ਹੋਈ ਜਾਂਦਾ। ਭੋਲਾ ਭਾਉ ਗੋਬਿੰਦ ਮੁਲਾਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਮਨ ਕਰਕੇ ਬੜੇ ਚਲਾ। ਇਹਨੂੰ ਕਪਟ ਨਾਲ ਵੀ ਲੈ ਸਕਨੇ। ਗੁਰੂ ਸਾਹਿਬ ਨੇ ਦੇਖੋ ਇੱਕ ਸ਼ਬਦ ਵਰਤਿਆ ਨਾ ਕਿ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ। ਜਿਹੜੀਆਂ ਤੁਸੀਂ ਚਲਾਕੀਆਂ ਵਰਤਦੇ ਹੋ, ਕਪਟ ਵਰਤਦੇ ਹੋ, ਸਿੱਖੋ, ਛੱਡੋ ਇਹਨੂੰ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ। ਨਿਖਾਲ ਨਿਖਾਲ ਨਿਖਾਲ। ਹਿਰਦਾ ਕਪਟ ਮੁਖ ਗਿਆਨੀ। ਮਨ ਦਾ ਚਲਾ ਕੇ ਨੇ। ਤੇ ਮੈਂ ਸੁਚੇਤ ਦੇ ਅਰਥ ਚੇਤਨਤਾ ਨਹੀਂ ਕੀਤਾ। ਸੁਚੇਤ ਦਾ ਅਰਥ ਚਲਾਕੀਆਂ। ਹਿਰਦਾ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਨੀ। ਉਜਲ ਕਿਹਾ ਚਿਲਕਣਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਕੁੱਟ ਮਕਾਲੜੀ ਮਸ ਅੰਦਰ ਮੈਲ ਤੇ ਬਾਹਰੋਂ ਚਿੱਟਾ। ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਗੁਰੂ ਸਾਹਿਬ ਕਹਿੰਦੇ ਨੇ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਛੁੱਟੈ ਤਿਲ ਬੁਆੜ ਜਿਉ ਸੁਣਿਆ ਅੰਦਰ ਖੇਤ। ਖੇਤੈ ਅੰਦਰ ਛੁੱਟਿਆਂ ਕਹੋ ਨਾਨਕ 100 ਨਾ ਫਲੀਆਂ ਹੈ ਫੁੱਲੀਆਂ ਹੈ। ਪਾਠ ਇਸ ਤਰ੍ਹਾਂ ਹੀ ਹੈ ਨਾ ਜੀ। ਫਲੀਏ ਫੁਲੀਏ ਨਹੀਂ ਸਿੱਧਾ। ਫਲੀਆਂ ਹੈ ਫੁੱਲੀਆਂ ਹੈ। ਬੱਪੜੇ ਪੱਪੇ ਦੇ ਥੱਲੇ ਔਂਕੜ ਲੱਗੀ ਹੈ। ਬੱਪੜਾ ਪਾਠ ਨਹੀਂ ਕਰਨਾ। ਬੱਪੜੇ ਅੜਾੜੇ ਤੇ ਇੱਕ ਲਾਂ ਲੱਗੀ। ਇਹ ਨਾ ਸਮਝੋ ਵੀ ਮੈਂ ਖੋਰੇ ਉਚਾਰਨ ਬਾਰੇ ਮੈਂ ਤਾਂ ਬੇਨਤੀ ਕਰ ਰਿਹਾ। ਬਾਣੀ ਰੋਜ਼ ਪੜੀ ਜਾਂਦੀ। ਬੜਾ ਦੁੱਖ ਲੱਗਦਾ ਜਦੋਂ ਗਲਤ ਉਚਾਰਨ ਕੀਤਾ ਜਾਂਦਾ। ਫਲੀਆਂ ਫੁੱਲੀਆਂ ਬੱਪੜੇ ਭੀ ਤਨ ਵਿੱਚ। ਅੱਗੇ ਸ਼ਬਦ ਹੈ ਸੁਆਹ। ਸੁਆਹ ਨਹੀਂ ਗੱਲਾਂ ਕਰਨਾ। ਸੱਸੇ ਨੂੰ ਔਂਕੜ, ਐੜੇ ਨੂੰ ਕੰਨਾਂ ਤੇ ਹਾ ਹੈ। ਸੁਆਹ ਐੜਾ ਲਮਕਾ ਕੇ ਬੋਲਣਾ ਪਏਗਾ। ਸਿੱਧਾ ਸੁਆਹ ਨਹੀਂ ਕਰਨਾ ਕਿਉਂਕਿ ਉਚਾਰਨ ਸ਼ੁੱਧ ਨਹੀਂ ਹੋਏਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਹੜੇ ਬੰਦੇ ਗੁਰੂ ਨੂੰ ਚੇਤੇ ਨਹੀਂ ਕਰਦੇ, ਮਨ ਦੇ ਚਲਾਕ ਨੇ। ਉਦਾਹਰਨ ਕੀ ਦਿੱਤੀ ਜੀ? ਤਿਲਾਂ ਦੀ। ਤੁਹਾਨੂੰ ਪਤਾ ਹੈ ਕਿ ਜਦੋਂ ਜ਼ਿਮੀਦਾਰ ਮਾਰਚ ਦੇ ਮਹੀਨੇ 'ਚ ਕਪਾਹ ਬੀਜਦਾ ਹੈ ਨਾ, ਇਹਦੇ ਨਾਲ ਉਹ ਤਿਲ ਵੀ ਬੀਜ ਦਿੰਦਾ। ਤਿਲਾਂ ਦੀ ਖੇਤੀ ਵੱਖਰੀ ਵੀ ਹੋ ਜਾਂਦੀ। ਮਾਰਚ 'ਚ ਤਕਰੀਬਨ ਚੇਤ ਦੇ ਮਹੀਨੇ 'ਚ ਹੁੰਦੀ। ਹੁਣ ਤਿਲ ਦੇ ਪੇਡਾ ਨਿਕਲਿਆ ਜ਼ਮੀਨ 'ਚੋਂ। ਇਹਦੇ ਅਰਥ ਕੀ ਨੇ? ਜ਼ਿਮੀਦਾਰ ਨੇ ਉਹਨੂੰ ਪਾਣੀ ਲਾਇਆ, ਉਹਨੂੰ ਖਾਦ ਪਾਈ, ਵਾੜ ਕੀਤੀ। ਜਦੋਂ ਪੇਡਾ ਵੱਡਾ ਹੋਇਆ ਤੇ ਉਹਨੂੰ ਫੁੱਲ ਵੀ ਪਏ ਤੇ ਨਿੱਕੀਆਂ ਨਿੱਕੀਆਂ ਫਲੀਆਂ ਵੀ ਪੈ ਗਈਆਂ। ਜਦੋਂ ਸਾਉਣ ਆਇਆ, ਸੁਣਿਓ ਧਿਆਨ ਨਾਲ, ਪੇਡਾ ਬਿਲਕੁਲ ਠੀਕ ਹੈ, ਤੰਦਰੁਸਤ ਸੀ। ਫੁੱਲ ਵੀ ਸਨ, ਫਲੀਆਂ ਵੀ ਬਣ ਗਈਆਂ ਤੇ ਦੋਧੀਆ ਵਿੱਚ ਪੈ ਗਿਆ। ਖੇਤੀ ਕਰਨ ਵਾਲਿਆਂ ਨੂੰ ਪਤਾ ਦੋਧਾ ਕੀ ਹੈ। ਜਦੋਂ ਜਿਹਨੂੰ ਸ਼ਬਦ ਵਰਤਦੇ ਨਾ, ਇਹ ਫਸਲ ਜੇ ਗੱਭੇ 'ਚ ਹੈ, ਉਹ ਦਾਣਾ ਪੱਕਿਆ ਨਹੀਂ, ਦੋਧੀਆ ਦੁੱਧ ਜਿਹਾ ਪੈ ਗਿਆ। ਉਧਰੋਂ ਸਾਉਣ ਚੜ੍ਹ ਕੇ ਆ ਗਿਆ। ਸਾਉਣ ਦੀ ਬਿਜਲੀ ਚਮਕੀ ਤੇ ਜਿਹੜਾ ਫਲੀ ਦੇ ਵਿੱਚ ਦੁੱਧ ਨੇ ਦਾਣਾ ਬਣਨਾ ਸੀ, ਉਹ ਚਮਕ ਇੰਨੀ ਤੇਜ਼ ਸੀ ਕਿ ਉਹ ਵਿਚਾਰਾ ਦਾਣਾ ਬਣ ਹੀ ਨਹੀਂ ਸਕਿਆ। ਉਹ ਦੁੱਧ ਹੀ ਉੱਥੇ ਸੜ ਗਿਆ। ਉਹ ਚਮਕ ਸੀ।
ਜਦੋਂ ਸੜਿਆ ਤੇ ਫਲੀਆਂ ਦਾ ਰੰਗ ਹੋਰ ਹੋ ਗਿਆ। ਹੁਣ ਜਿੱਦਣ ਕਿਸਾਨ ਪੱਕਣ ਤੇ ਵੱਢਣ ਆਇਆ, ਉਹਨੇ ਦੇਖਿਆ ਵੀ ਆਹ ਪਾਲ ਤਾਂ ਸਾਰੀ ਬੁਆੜ ਤਿਲ ਹੋ ਗਈ, ਇਹ ਸੜੇ ਹੋਏ ਤਿਲ ਨੇ, ਸੜ ਗਿਆ ਸਭ ਕੁਝ। ਉਹ ਕਹਿੰਦਾ ਹੁਣ ਇਹਨੂੰ ਘਰ ਲਿਜਾ ਕੇ ਗੰਦ ਕਿੱਥੇ ਪਾਣਾ ਹੈ, ਪਏ ਰਹਿਣ ਦਿਓ ਇੱਥੇ। ਉਹ ਖੇਤ ਛੱਡ ਦਿੱਤੇ। ਇੱਥੇ ਮਹਾਰਾਜ ਨੇ ਖੇਤਾਂ ਅੰਦਰ ਛੁੱਟਿਆ ਕੇ ਕੱਟ ਕੇ ਨਹੀਂ ਲੱਗਿਆ। ਹੁਣ ਉਹਦੇ ਤਲੀਆਂ ਜਿਹੜੀਆਂ ਫਲੀਆਂ 'ਚ ਉਹਨਾਂ ਸਵਾਹ ਭਰੀ ਪਈ, ਰਾਖ ਹੋ ਗਈ। ਉਹ ਕਹਿੰਦਾ ਇਹਨੂੰ ਘਰ ਕੀ ਲਿਜਾਣਾ, ਉਸ ਨੂੰ ਰਹਿਣ ਦਿੱਤਾ ਉੱਥੇ ਹੀ। 100 ਨਾਂ ਦਾ ਅਰਥ ਇਹ ਨਹੀਂ ਕਿ ਉਹਨਾਂ ਦਾ ਕੋਈ ਖਸਮ ਨਹੀਂ, ਜਿਹੜਾ ਅਸਲੀ ਖਸਮ ਸੀ ਉਹਨੇ ਧੱਕ ਦਿੱਤੇ। 100 ਦਰ ਤੇ ਸੈਂਕੜੇ ਨਾਂ ਦਾ ਅਰਥ ਕੀਤਾ ਪਤੀ। ਜਦੋਂ ਤਿਲ ਬਵਾੜ ਤਿਲ ਜਿਹੜੇ ਨੇ ਖੇਤ 'ਚ ਰਹਿ ਗਏ, ਫਿਰ ਸੈਂਕੜੇ ਖਸਮ ਬਣ ਗਏ। ਉਹ ਇਸ ਤਰ੍ਹਾਂ ਹੁੰਦਾ ਸੀ ਜੀ ਪਿੰਡਾਂ 'ਚ। ਅੱਜ ਵੀ ਤੁਸੀਂ ਬਾਹਰ ਨਿਕਲੋਗੇ, ਜਦੋਂ ਜ਼ਿਮੀਂਦਾਰ ਫਸਲ ਵੱਢ ਲੈਂਦਾ ਹੈ ਨਾ, ਤੇ ਜਿਹੜੇ ਪਿੰਡਾਂ ਦੇ ਵਿਚਾਰੇ ਗਰੀਬ ਲੋਕ ਨੇ, ਉਹ ਫਿਰ ਸੋਚਦੇ ਨੇ ਚਲੋ ਬਾਲਣ ਇਕੱਠਾ ਕਰ ਲਿਆਈ। ਉਹ ਤਿਲ ਛੁੱਟੜ ਪਏ ਸਨ। ਹੁਣ ਜੇ ਦਾਣੇ ਹੁੰਦੇ ਤੇ ਕਿਸੇ ਦੀ ਤਾਕਤ ਸੀ ਕਿ ਤਿਲ ਨੂੰ ਪੱਟ ਕੇ ਲਿਜਾਂਦਾ, ਦਾਣਾ ਪਿਆ ਹੀ ਨਹੀਂ, ਸੜ ਗਿਆ। ਹੁਣ ਆਏ ਕਿ ਕਿਸੇ ਨੇ ਟਾਹਣੀ ਤੋੜ ਲਈ, ਕਿਸੇ ਨੇ ਪੇਡਾ ਤੋੜ ਲਿਆ, ਕਹਿਣ ਲੱਗੇ ਸੈਂਕੜੇ ਖਸਮ ਤੇਰੇ ਹੋ ਗਏ ਨੇ ਅੱਜ, ਕਿਉਂਕਿ ਤੂੰ ਨਾਮ ਨਹੀਂ ਜਪਿਆ। ਜੇ ਸਿਮਰਨ ਕੀਤਾ ਹੁੰਦਾ ਤੇਰਾ ਇੱਕੋ ਖਸਮ ਪਰਮਾਤਮਾ ਹੋਣਾ ਸੀ। ਇਹਦੇ ਭਾਵ ਅਰਥ ਕੀ ਨੇ? ਦੇਖੋ, ਇਹ ਤੇ ਅਖਰੀ ਅਰਥ ਨੇ। ਗਿਆਨੀ ਬੰਦਾ, ਉਹਨੂੰ ਵੀ ਰੱਬ ਸਾਰੀਆਂ ਦਾਤਾਂ ਦੇ ਰਿਹਾ। ਤਿਲਾਂ ਨੂੰ ਪਾਣੀ ਇੱਕੋ ਜਿਹਾ ਮਿਲਿਆ, ਖਾਦ ਇੱਕੋ ਜਿਹੀ ਮਿਲੀ ਹੈ, ਪਰ ਇਹ ਗੱਲ ਕਦੀ ਭੁੱਲਿਓ ਨਾ ਕਿ ਜਿਸ ਬੰਦੇ ਨੇ ਰੱਬ ਦੀਆਂ ਦਾਤਾਂ, ਧਨ, ਪਦਾਰਥ, ਘਰ ਸਭ ਕੁਝ ਲੈ ਲਿਆ, ਪਰ ਜਦੋਂ ਸਭ ਕੁਝ ਆ ਗਿਆ ਉਦੋਂ ਸੌਣ ਦੀ ਬਿਜਲੀ ਚਮਕੀ, ਹਉਮੈ ਦੀ ਚਮਕ ਪਈ, ਮਾਇਆ ਦੀ ਚਮਕ ਪਈ। ਭੁੱਲ ਗਿਆ ਗੁਰੂ ਨੂੰ, ਭੁੱਲ ਗਿਆ ਪਰਮੇਸ਼ਰ ਨੂੰ। ਉਸ ਚਮਕ ਨੇ ਜਿਹੜੇ ਗੁਣ ਦੋਧੀਆ ਜੇ ਬਣਦਾ ਪਿਆ ਸੀ, ਥੋੜਾ ਬਹੁਤਾ ਸਿਮਰਨ ਕੀਤਾ ਸੀ, ਥੋੜੀ ਬਹੁਤੀ ਕਮਾਈ ਕੀਤੀ ਸੀ, ਕਮਾਲ ਦੀ ਗੱਲ ਉਹ ਚਮਕ ਇੰਨੀ ਪਈ ਉਹਨੇ ਸਭ ਕੁਝ ਸਾੜ ਦਿੱਤਾ। ਤੇ ਜਿੱਦਣ ਮੌਤ ਹੋਈ, ਰੱਬ ਨੇ ਵੀ ਕਹਿ ਦਿੱਤਾ ਛੱਡੋ ਪਰਾਂ, ਇਹਦੇ ਤਾਂ ਸੈਂਕੜੇ ਖਸਮ ਨੇ। ਕਦੀ ਇਹਨੂੰ ਕਾਮ ਖੇਚਲ ਜਾਂਦਾ, ਕਦੀ ਕ੍ਰੋਧ ਖੇਚਲ ਜਾਂਦਾ। ਪਿਆਰਿਓ, ਜਿਹਦੇ ਕੋਲ ਸਿਮਰਨ ਨਹੀਂ ਉਹਦੇ ਖਸਮ ਫਿਰ ਵਕਾਰ ਬਣਦੇ ਹੁੰਦੇ ਨੇ। ਜਿਹਦੇ ਕੋਲ ਸਿਮਰਨ ਹੈ ਉਹਦਾ ਖਸਮ ਪਾਰ ਬ੍ਰਹਮ ਬਣਦਾ। ਫਿਰ ਬੇਨਤੀ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਛੁੱਟੇ ਤਿਲ ਬੁਵਾੜ ਜਿਉਂ, ਜਿਵੇਂ ਸੜੇ ਹੋਏ ਤਿਲ ਪਏ ਨੇ। ਛੁੱਟੇ ਤਿਲ ਬੁਵਾੜ ਜਿਉਂ, ਸੁਈਆਂ ਖਾਲੀ ਖੇਤ ਵਿੱਚ। ਹੁਣ ਬੁਵਾੜ ਤਿਲ ਹੀ ਸੁਈਆਂ ਖੇਤ ਤਾਂ ਕਿਹਾ ਕਿਉਂਕਿ ਪੱਕੇ ਹੋਏ ਤਾਂ ਚਲੇ ਗਏ ਘਰਾਂ ਨੂੰ। ਨਾਨਕ ਗੁਰੂ ਨਾ ਚੇਤਨੀ, ਮੈਂ ਆਖਰੀ ਅਰਥ ਕਰਦੇ, ਜਿਹੜੇ ਗੁਰੂ ਨੂੰ ਸੁਹਿਰਦਤਾ ਨਾਲ, ਇਮਾਨਦਾਰੀ ਨਾਲ ਚੇਤੇ ਨਹੀਂ ਕਰਦੇ, ਮਨ ਆਪਣੇ ਸੁਚੇਤ, ਅੰਦਰੋਂ ਚਲਾਕੀਆਂ ਵਰਤੇ। ਛੁੱਟੇ ਤਿਲ ਬੁਵਾੜ ਜਿਉਂ, ਛੁੱਟੜ ਤਿਲਾਂ ਦੀ ਤਰ੍ਹਾਂ। ਸੁਈਆਂ ਅੰਦਰ ਖੇਤ, ਸੁਈਆਂ ਖੇਤ ਵਿੱਚ ਖਲੋਤੇ ਰਹਿ ਗਏ। ਖੇਤੈ ਅੰਦਰ ਛੁੱਟਿਆ, ਖੇਤ ਵਿੱਚ ਖਲੋਤਿਆਂ ਨੂੰ ਕਹੋ ਨਾਨਕ ਸੋ, ਨਾ ਸੈਂਕੜੇ ਪਤੀ ਬਣ ਗਏ। ਪਾਵਰਤ ਮੈਂ ਫਿਰ ਕੀਤੇ ਨੇ। ਇਹ ਸੁਈਏ ਸੰਸਾਰ ਵਿੱਚ ਜੀਵ ਆਤਮਾ ਤੂੰ ਕੱਲੀ ਰਹਿ ਜਾਏਗੀ, ਬੰਦਗੀ ਕਰਨ ਵਾਲਿਆਂ ਨੂੰ ਸਾਈਂ ਘਰ ਲੈ ਜਾਏਗਾ।